ਗੁਰੂ ਨਾਨਕ ਪਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁੰਨ ਪੁੰਨ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਦੋਹਰਾ ਖਾਨ ਪਾਨ ਕਰ ਸੁਪਤ ਪੇ ਅਰਧ ਗਈ ਜਬ ਰਾਤ ਸਿੱਖ ਥਨੇਸਰ ਤੇ ਗਇਓ ਕਹੀ ਪਹੁੰਚ ਕੇ ਬਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੀ ਹੋ ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵਡਭਾਗੀ ਹੋ ਨਿਤਾ ਪ੍ਰਤੀ ਸਾਹਿਬ ਨੌਵੇਂ ਪਾਤਸ਼ਾਹ ਦੇ ਪਵਿੱਤਰ ਦਰਬਾਰ ਅੰਦਰ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਾਹਿਬੇ ਕਮਾਲ ਕਲਗੀਧਰ ਸੁਆਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਅੱਜ ਬਾਬਾ ਜੀਵਨ ਸਿੰਘ ਸਾਹਿਬ ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਪਹਿਲਾ ਨਾਮ ਭਾਈ ਜੈਤਾ ਜੀ ਸੀ, ਨੌਵੇਂ ਪਾਤਸ਼ਾਹ ਦਾ ਪਾਵਨ ਸੀਸ ਦਿੱਲੀ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਆਏ। ਅੱਜ ਦੇ ਦਿਨ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਨੇ ਸਰਸਾ ਨਦੀ ਦੇ ਕੰਢੇ ਤੇ ਵੈਰੀ ਦਲ ਨਾਲ ਜੂਝਦਿਆਂ
ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਉੱਥੇ ਨਾਲ ਭਾਈ ਉਦੇ ਸਿੰਘ ਜੀ, ਜੋ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਸਨ, ਉਹਨਾਂ ਦੇ ਸਮੇਤ ਹੋਰ ਬਹੁਤ ਗੁਰੂ ਕਿਆਂ ਲਾਲਾਂ ਨੇ ਆਪਣਾ ਆਪਾ ਸਤਿਗੁਰਾਂ ਤੋਂ ਨਿਛਾਵਰ ਕਰਕੇ ਸ਼ਹਾਦਤ ਪ੍ਰਾਪਤ ਕੀਤੀ। ਅੱਜ ਉਹਨਾਂ ਸਮੂਹ ਸ਼ਹੀਦਾਂ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਕਲਗੀਧਰ ਜੀ ਦੀ ਪਾਵਨ ਕਥਾ ਆਪ ਜੀ ਸਰਵਣ ਕਰ ਰਹੇ ਹੋ। ਮਸੰਦਾਂ ਨੇ ਮਾਤਾ ਜੀ ਨੂੰ ਆ ਕੇ ਬੇਨਤੀਆਂ ਕੀਤੀਆਂ, ਮਾਤਾ ਜੀ ਸਤਿਗੁਰੂ ਜੀ ਨੇ ਸਾਨੂੰ ਬਿਲਕੁਲ ਹੀ ਦਰਕਿਨਾਰ ਕਰ ਦਿੱਤਾ ਹੈ, ਸੰਗਤ ਕੋਲੋਂ ਕਿਵੇਂ ਮਾਇਆ ਆਵੇਗੀ? ਕਿਉਂਕਿ ਕਲਗੀਧਰ ਸੁਆਮੀ ਨੇ ਮਸੰਦ ਪ੍ਰਥਾ ਬਿਲਕੁਲ ਸਮਾਪਤ ਕਰ ਦਿੱਤੀ। ਮਸੰਦਾਂ ਦੇ ਕਹਿਣ ਤੇ ਮਾਤਾ ਜੀ ਨੇ ਸਤਿਗੁਰਾਂ ਨਾਲ ਗੱਲ ਕੀਤੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਸੰਦਾਂ ਤੇ ਕੁਝ ਰੋਸ ਜ਼ਾਹਰ ਕਰਦਿਆਂ ਮਾਤਾ ਜੀ ਨੂੰ ਕਿਹਾ, ਮਾਤਾ ਜੀ ਇਹ ਖਾਲਸਾ ਮੇਰਾ ਰੂਪ ਹੈ, ਖਾਲਸੇ ਦੇ ਵਿੱਚ ਮੈਂ ਵਸਦਾ ਹਾਂ। ਮੇਰੇ ਪਾਸ ਜੋ ਕੁਝ ਵੀ ਹੈ ਮੇਰੇ ਖਾਲਸੇ ਦਾ ਹੈ। ਮਸੰਦ ਬੜੇ ਹੈਰਾਨ ਸਨ। ਮਾਤਾ ਜੀ ਨੇ ਪੁਰਾਣੀ ਗੱਲ ਦੱਸੀ, ਆਖਿਆ ਇਹ ਤਾਂ ਐਸੇ ਤਿਆਗੀ ਨੇ, ਇੱਕ ਵਾਰ ਹੱਥ ਦਾ ਕੜਾ ਇਹਨਾਂ ਨੇ ਚੁੱਕ ਕੇ ਸੁੱਟ ਦਿੱਤਾ ਇਸ਼ਨਾਨ ਕਰਦਿਆਂ, ਮੁੜ ਕੇ ਦੂਸਰਾ ਵੀ ਵਗਾ ਕੇ ਉੱਥੇ ਸੁੱਟ ਦਿੱਤਾ। ਇਸ ਕਰਕੇ ਤਾਂ ਸਵੈ ਇੱਛਾ ਦੇ ਉੱਤੇ ਚੱਲਦੇ ਹਨ। ਆਪ ਪਰਮੇਸ਼ਵਰ ਨੇ, ਆਪ ਅਕਾਲ ਪੁਰਖ ਨੇ। ਉਧਰ ਸੈਦੇ ਖਾਂ ਨਾਮ ਦਾ ਇੱਕ ਜਰਨੈਲ ਆਪਣੇ ਨਾਲ ਤਕਰੀਬਨ 1.25 ਲੱਖ ਫੌਜ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਤੇ ਚੜ੍ਹ ਕੇ ਆ ਰਿਹਾ ਹੈ ਦਿੱਲੀ ਤੋਂ। ਆਓ ਮਨ ਬਿਰਤੀਆਂ ਇਕਾਗਰ ਕਰਕੇ ਪੰਥ ਦੇ ਵਾਲੀ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰੀਏ। ਆਪਣੀ ਰਸਨਾ ਨੂੰ ਪਵਿੱਤਰ ਕਰੋ। ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਾਨ ਪਾਨ ਕਰ ਸੁਪਤ ਪੇ ਅਰਧ ਗਈ ਜਬ ਰਾਤ। ਖਾਨ ਪਾਨ ਕਰਕੇ ਜਿਸ ਵਕਤ ਮਹਾਰਾਜ ਜੀ ਆਪਣੀਆਂ ਫੌਜਾਂ ਸਮੇਤ ਸਿੱਖਾਂ ਸਮੇਤ ਆਰਾਮ ਵਿੱਚ ਨੇ, ਅੱਧੀ ਕੁ ਰਾਤ ਦਾ ਸਮਾਂ ਜਦੋਂ ਬੀਤ ਗਿਆ, ਸਿੱਖ ਥਨੇਸਰ ਤੇ ਗਇਓ ਕਹੀ ਪਹੁੰਚ ਕੇ ਬਾਤ। ਹਾਲੇ ਅੱਧੀ ਕੁ ਰਾਤ ਦਾ ਸਮਾਂ ਬੀਤਿਆ ਸੀ ਕਿ ਇਤਨੇ ਨੂੰ ਕੁਰਕਸ਼ੇਤਰ ਤੋਂ, ਕੁਰਕਸ਼ੇਤਰ ਨੂੰ ਥਨੇਸਰ ਵੀ ਕਹਿੰਦੇ ਨੇ, ਪੁਰਾਣਾ ਨਾਂ ਇਹਦਾ ਥਨੇਸਰ ਵੀ ਹੈ। ਥਨੇਸਰ ਦਾ ਮਤਲਬ ਹੁੰਦਾ ਥਾਨ ਈਸ਼ਵਰ, ਈਸ਼ਵਰ ਦਾ ਥਾਂ। ਤੋਂ ਕੁਰਕਸ਼ੇਤਰ ਤੋਂ ਇੱਕ ਸਿੱਖ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਿਆ ਹੈ। ਚੌਪਈ ਚੌਕੀਦਾਰ ਸਿੰਘ ਜੋ ਖਰੇ। ਅੱਗੇ ਜਿਹੜਾ ਚੌਕੀਦਾਰ ਸਿੰਘ ਮਹਾਰਾਜ ਜੀ ਦੇ ਪਹਿਰੇ ਤੇ ਖੜਾ ਸੀ, ਭਾਈ ਆਲਮ ਸਿੰਘ, ਉਹਦੇ ਨਾਲ ਕੁਝ ਹੋਰ ਪਹਿਰੇ ਤੇ ਖੜੇ ਹੋਏ ਜਿਹੜੇ ਪਹਿਰੇਦਾਰ ਸਿੰਘ ਸਨ, ਉਹਨਾਂ ਨੂੰ ਆ ਕੇ ਉਹ ਸਿੱਖ ਮਿਲਿਆ। ਤਿਨਕੇ ਸੰਗ ਕਹਿਨ ਇਮ ਕਰੇ। ਉਹਨਾਂ ਪਹਿਰੇਦਾਰਾਂ ਨੂੰ ਕੁਰਕਸ਼ੇਤਰ ਤੋਂ ਆਏ ਹੋਏ ਸਿੱਖ ਨੇ ਸਾਰਾ ਬਚਨ ਦੱਸਿਆ, ਆਪਣੇ ਆਉਣ ਦਾ ਕਾਰਨ ਦੱਸਿਆ ਕਿ ਅੱਧੀ ਰਾਤ ਨੂੰ ਇੰਨੀ ਕਾਹਲੀ ਨਾਲ ਉਹ ਸਿੱਖ ਕਿਉਂ ਆਇਆ ਹੈ।
ਸੈਦੇ ਖਾਂ ਪਠਾਨ ਚੜਿਆ ਵਾ। ਆਖਿਆ ਹੈ ਗੁਰੂ ਕੇ ਸਿੰਘੋ, ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਖਬਰ ਦੇਣ ਲਈ ਆਇਆ, ਕਿਉਂਕਿ ਇੱਕ ਸੈਦੇ ਖਾਨ ਨਾਮ ਦਾ ਬੜਾ ਵੱਡਾ ਜਰਨੈਲ ਹੈ, ਪਠਾਨ ਹੈ। ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਤੇ ਫੌਜ ਲੈ ਕੇ ਚੜ ਕੇ ਆ ਰਿਹਾ ਹੈ। ਡੇਰਾ ਜਬੇ ਥਨੇਸਰ ਪਾਵਾ। ਮੈਂ ਥਨੇਸਰ ਦਾ ਰਹਿਣ ਵਾਲਾ, ਕੁਰਕਸ਼ੇਤਰ ਦਾ ਰਹਿਣ ਵਾਲਾ ਹਾਂ, ਤੇ ਦਿੱਲੀੋਂ ਚੱਲ ਕੇ ਆਇਆ ਹੋਇਆ ਸੈਦੇ ਖਾਂ ਇਸ ਵਕਤ ਕੁਰਕਸ਼ੇਤਰ ਉਤਰਿਆ ਹੋਇਆ। ਉਹਦੇ ਨਾਲ ਜਿੰਨੀਆਂ ਉਹਦੀਆਂ ਫੌਜਾਂ ਨੇ, ਉਹਨਾਂ ਨੇ ਕੁਰਕਸ਼ੇਤਰ ਵਿਖੇ ਆ ਕੇ ਡੇਰਾ ਕੀਤਾ ਹੈ। ਮੈਂ ਤਵ ਸੁਨੀ ਲਰਨ ਕੋ ਚਲਿਓ। ਮੈਂ ਉੱਥੇ ਪੜਤਾਲ ਕੀਤੀ ਤੇ ਮੈਨੂੰ ਪਤਾ ਲੱਗਾ ਕਿ ਇਹ ਸੈਦੇ ਖਾਂ ਨਾਮ ਦਾ ਜਿਹੜਾ ਪਠਾਨ ਹੈ, ਆਪਣੇ ਨਾਲ ਇੱਕ ਵੱਡੀ ਫੌਜ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਨਾਲ ਲੜਨ ਵਾਸਤੇ, ਜੰਗ ਕਰਨ ਵਾਸਤੇ ਜਾ ਰਿਹਾ ਹੈ। ਦਲ ਕੋ ਇੱਕ ਨਰ ਭੇਤੀ ਮਿਲਿਓ। ਮੈਨੂੰ ਉਹਦੇ ਦਲ ਦੇ ਵਿੱਚੋਂ ਇੱਕ ਭੇਤੀ ਬੰਦਾ ਮਿਲਿਆ, ਜਿਹਨੇ ਮੈਨੂੰ ਉਹਦਾ ਸਾਰਾ ਭੇਤ ਤੇ ਰਾਜ ਦੱਸਿਆ ਹੈ। ਤਬ ਹੀ ਤਜਪੁਰ ਕੋ ਮੈਂ ਧਾਇਓ। ਇਹ ਸੁਣਦਿਆਂ ਸਾਰ ਮੈਂ ਇੱਕਦਮ ਉਸੇ ਵਕਤ ਕੁਰਕਸ਼ੇਤਰ ਤੋਂ ਚੱਲ ਪਿਆ, ਤਾਂ ਜੋ ਗੁਰੂ ਸਾਹਿਬ ਜੀ ਨੂੰ ਆ ਕੇ ਖਬਰ ਦੇ ਸਕਾਂ, ਮਹਾਰਾਜ ਜੀ ਨੂੰ ਆ ਕੇ ਸਾਵਧਾਨ ਕਰ ਸਕਾਂ। ਬੜੇ ਦਲ ਕੋ ਇੱਕ ਬੜੇ ਬੇਗ ਤੇ ਇਤ ਲੱਗ ਆਇਓ। ਉਹ ਬੜੇ ਵੇਗ ਨਾਲ ਦਿੱਲੀੋਂ ਚੱਲ ਕੇ ਆਇਆ ਤੇ ਕੁਰਕਸ਼ੇਤਰ ਤੋਂ ਚੱਲ ਕੇ ਆਨੰਦਪੁਰ ਸਾਹਿਬ ਆਉਂਦਿਆਂ ਵੀ ਉਹਨੂੰ ਕੋਈ ਦੇਰੀ ਨਹੀਂ ਲੱਗਣੀ। ਬੜੇ ਵੇਗ ਨਾਲ, ਬੜੀ ਤੇਜ਼ੀ ਦੇ ਨਾਲ ਉਸਨੇ ਚੱਲ ਕੇ ਆਉਣਾ ਹੈ। ਸੁਧ ਗੁਰ ਕੋ ਦਿਓ ਸਕਲ ਸੁਨਾਈ। ਤੁਸੀਂ ਗੁਰੂ ਸਾਹਿਬ ਜੀ ਨੂੰ ਜਾ ਕੇ ਸਾਰੀ ਸੁਧ ਦਿਓ, ਸਾਰੀ ਖਬਰ ਦਿਓ। ਸਾਵਧਾਨੀ ਬਿਦ ਕਰੇ ਲੜਾਈ। ਕਿ ਸਤਿਗੁਰੂ ਜੀ ਸਾਵਧਾਨ ਹੋ ਜਾਣ, ਲੜਾਈ ਕਰਨ ਵਾਸਤੇ, ਜੰਗ ਕਰਨ ਵਾਸਤੇ ਤਿਆਰੀ ਕਰ ਲੈਣ। ਮੁਗਲ ਪਠਾਨ 1.25 ਲੱਖ ਆਵਾ। ਕਿਉਂਕਿ ਉਹਨਾਂ ਦੀ ਕੁੱਲ ਗਿਣਤੀ ਦਾ ਜੋ ਮੈਨੂੰ ਪਤਾ ਲੱਗਾ ਹੈ, ਤਕਰੀਬਨ 1.25 ਲੱਖ ਫੌਜ ਹੈ ਮਹਾਰਾਜ, ਜਿਹੜੀ ਫੌਜ ਉਹਦੇ ਨਾਲ ਚੜ ਕੇ ਆ ਰਹੀ ਹੈ। ਮਹਿਦ ਜੰਗ ਕੋ ਸੰਗ ਬਨਾਵਾ। ਉਹਨੇ ਸਾਰੇ ਜੰਗ ਦਾ ਸਾਜ਼ ਬਣਾਇਆ ਹੋਇਆ, ਸਾਰੇ ਦਲ ਦੇ ਵਿੱਚ ਰੈਕਲੇ ਤੋਪਾਂ ਵੰਡੀਆਂ ਹੋਈਆਂ ਨੇ, ਬਾਰੂਦ ਸਿੱਕਾ ਸਾਰੇ ਯੋਧਿਆਂ ਨੂੰ ਵੰਡਿਆ ਹੋਇਆ। ਉਹਦੀ ਫੌਜ ਸਾਰੀ ਲਾਮਬੰਦ ਸ਼ਸਤਰਧਾਰੀ ਨਜ਼ਰ ਆਉਂਦੀ ਹੈ, ਔਰ ਉਹਨਾਂ ਵੱਲੋਂ ਲੜਨ ਦੀ ਪੂਰੀ ਤਿਆਰੀ ਕੀਤੀ ਹੋਈ ਹੈ। ਪਹੁੰਚੇ ਆਨ ਆਨੰਦਪੁਰ ਕਾਲੀ। ਬਸ ਕੱਲ ਤੱਕ ਉਹ ਸ੍ਰੀ ਆਨੰਦਪੁਰ ਸਾਹਿਬ ਆ ਪਹੁੰਚਣਗੇ। ਉਹਨਾਂ ਦੇ ਘੋੜੇ ਬੜੇ ਬਲਵਾਨ ਨੇ, ਉਹ ਥੋੜੇ ਸਮੇਂ ਵਿੱਚ ਬਹੁਤਾ ਪੈਂਡਾ ਤੈਅ ਕਰਨ ਵਾਲੇ ਹਨ। ਕੱਲ ਤੱਕ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਤੱਕ ਆ ਪਹੁੰਚਣਾ ਹੈ। ਸੁਧ ਦੇ ਬੇ ਤੇ ਆਏ ਉਤਾਲੀ। ਮੈਂ ਸਤਿਗੁਰੂ ਜੀ ਨੂੰ ਸੁਧ ਦੇਣ ਲਈ ਉਹਨਾਂ ਤੋਂ ਪਹਿਲਾਂ ਦੌੜ ਕੇ ਚੱਲ ਕੇ ਇੱਥੇ ਆਇਆ। ਮੈਂ ਆਇਆ, ਹੋ ਸਕਦਾ ਉਹ ਵੀ ਮੇਰੇ ਪਿੱਛੇ ਪਿੱਛੇ ਚੱਲ ਕੇ ਆ ਰਹੇ ਹੋਣ। ਤਬ ਸਤਿਗੁਰ ਕਰ ਸੋਚ ਇਸ਼ਨਾਨਾ। ਉਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ, ਕਿਉਂਕਿ ਅੰਮ੍ਰਿਤ ਵੇਲਾ ਹੋ ਚੁੱਕਾ ਸੀ, ਗਰੀਬ ਨਵਾਜ ਸਤਿਗੁਰੂ ਜੀ ਨੇ ਸੌਚ ਇਸ਼ਨਾਨ ਕੀਤਾ ਹੈ। ਬੈਠੇ ਆਏ ਸੋ ਲੱਗਿਓ ਦੀਵਾਨਾ। ਮਹਾਰਾਜ ਜੀ ਨੇ ਪਤਾ ਲੱਗਾ ਕਿ ਏਦਾਂ ਕੋਈ ਸੇਵਾਦਾਰ ਆਇਆ, ਸਿੱਖ ਆਇਆ, ਖਬਰ ਦੇਣ ਵਾਸਤੇ ਪਹੁੰਚਿਆ ਕੁਰਕਸ਼ੇਤਰ ਤੋਂ। ਉਸੇ ਵੇਲੇ ਰਾਤ ਨੂੰ ਹੀ ਅੰਮ੍ਰਿਤ ਵੇਲੇ ਹੀ ਮਹਾਰਾਜ ਜੀ ਨੇ ਦੀਵਾਨ ਸਜਾਇਆ। ਅਖਿਲ ਖਾਲਸਾ ਜਬ ਚੱਲ ਆਇਓ। ਮਹਾਰਾਜ ਜੀ ਦਾ ਸਾਰਾ ਖਾਲਸਾ, ਜਿੰਨੇ ਸਿੰਘ ਸਨ ਸ਼ਸਤਰਧਾਰੀ, ਜਦੋਂ ਉਹਨਾਂ ਕੋਲ ਖਬਰ ਪਹੁੰਚੀ, ਸਾਰੇ ਤਿਆਰ ਬਰ ਤਿਆਰ ਹੋ ਕੇ ਸਤਿਗੁਰੂ ਜੀ ਦੇ ਪਾਸ ਆ ਪਹੁੰਚੇ ਹਨ। ਸ਼੍ਰੀ ਕਲਗੀਧਰ ਤਬੇ ਅਲਾਇਓ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਿੰਘਾਂ ਨੂੰ ਵੇਖ ਕੇ ਉਸ ਵਕਤ ਬੋਲੇ, ਕਹਿਣ ਲੱਗੇ, ਸੈਨਾ ਸਿੰਘਨ ਕੀ ਅਬਸਾਰੀ। ਆਖਿਆ ਜਿੰਨੀ ਸਿੰਘਾਂ ਦੀ ਸੈਨਾ ਹੈ, ਜਿੰਨੀਆਂ ਸਿੰਘਾਂ ਦੀਆਂ ਫੌਜਾਂ ਹਨ, ਆਹੇ ਪੰਜ ਸੈ ਲਿਓ ਵਿਚਾਰੀ। ਕੁੱਲ ਗਿਣਤੀ ਕੇਵਲ ਉਹਨਾਂ ਦੀ 500 ਸੀ ਉਸ ਵਕਤ। ਬਹੁਤੇ ਸਿੰਘ ਛੁੱਟੀਆਂ ਗਏ ਹੋਏ ਸੀ, ਕਿਆ ਪਤਾ ਸੀ ਵੀ ਏਦਾਂ ਅਚਾਨਕ ਜੰਗ ਹੋ ਸਕਦਾ ਹੈ। ਤੋ ਛੁੱਟੀਆਂ ਤੇ ਗਏ ਹੋਏ ਸਨ ਸਿੰਘ ਛੁੱਟੀ ਕੱਟਣ ਲਈ। ਕੇਵਲ 500 ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਹੈ।
ਗੁਰਦੇਵ ਕਹਿੰਦੇ ਜਿਹੜੀ 500 ਸਿੰਘਾਂ ਦੀ ਵੱਡੀ ਸੈਨਾ ਹੈ, ਨਿਜ ਨਿਜ ਸਦਨ ਬ੍ਰਿੰਦ ਹੀ ਗਏ। ਉਹ ਸਾਰੇ ਤਿਆਰ ਹੋ ਜਾਓ, ਕਿਉਂਕਿ ਬਾਕੀ ਜਿੰਨੀ ਸੈਨਾ ਹੈ ਉਹ ਸਾਰੇ ਆਪੋ ਆਪਣੇ ਘਰਾਂ ਨੂੰ ਗਏ ਹੋਏ ਨੇ, ਛੁੱਟੀ ਲੈ ਕੇ ਗਏ ਹੋਏ ਨੇ। ਆਏ ਸਕੇ ਨੈ ਰਣ ਕੇ ਪਏ, ਕਿ ਕੱਲ ਨੂੰ ਜੰਗ ਹੋ ਜਾਣਾ। ਜੇ ਉਹ ਆ ਗਏ ਤੇ ਦੁਸ਼ਮਣ ਦੇ ਆਉਣ ਤੋਂ ਪਹਿਲਾਂ ਸਿੰਘ ਨਹੀਂ ਪਹੁੰਚ ਸਕਣਗੇ। ਜਿਹੜੀਆਂ ਫੌਜਾਂ ਘਰਾਂ ਨੂੰ ਗਈਆਂ ਹੋਈਆਂ ਨੇ ਛੁੱਟੀ ਲੈ ਕੇ, ਉਹਨਾਂ ਦਾ ਇੱਥੇ ਪਹੁੰਚ ਸਕਣਾ ਮੁਸ਼ਕਲ ਹੋਵੇਗਾ। ਸ਼ਤਰੂ ਪ੍ਰਬਲ 1.25 ਲੱਖ ਆਇਓ, ਕਿਉਂਕਿ ਦੁਸ਼ਮਣ ਬੜਾ ਪ੍ਰਬਲ ਹੈ, ਬਲਵਾਨ ਹੈ, ਕਿ ਸੁਣਿਆ 1.25 ਲੱਖ ਗਿਣਤੀ ਹੈ ਦੁਸ਼ਮਣ ਦੀ ਜਿਹੜੇ ਚੜ ਕੇ ਆਏ ਹਨ। ਮੰਤਰ ਗਿਰੇਸ਼ਨ ਮਿਲੇ ਪਕਾਇਓ, ਔਰ ਸਾਰੇ ਪਹਾੜੀ ਰਾਜੇ ਵੀ ਉਹਨਾਂ ਦੇ ਨਾਲ ਜ਼ਰੂਰ ਮਿਲੇ ਹੋਣਗੇ। ਹੋ ਸਕਦਾ ਹੈ ਇਹ ਪਹਾੜੀ ਰਾਜੇ ਹੀ ਉਹਨੂੰ ਚੜਾ ਕੇ ਲਿਆਏ ਹੋਣ, ਅੰਦਰ ਖਾਤੇ ਉਹਨਾਂ ਨੂੰ ਨਾਲ ਲੈ ਕੇ ਆਏ ਹੋਣ। ਰਾਜਨ ਕੀ ਸੈਨਾ ਬਹੁ ਆਵੇ, ਤੇ ਫਿਰ ਜੇ ਰਾਜਿਆਂ ਦੇ ਸੱਦੇ ਤੇ ਆਏ ਹੋਏ ਤੇ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਰਾਜੇ ਵੀ ਆਪਣੀ ਫੌਜ ਲੈ ਕੇ ਉਹਦੀ ਮਦਦ ਕਰਨ ਵਾਸਤੇ ਆਉਣਗੇ। ਕੱਲਾ ਸੈਦੇ ਖਾਂ ਹੀ 1.25 ਲੱਖ ਬੰਦਾ ਲੈ ਕੇ ਆ ਰਿਹਾ ਹੈ, ਤੇ ਜ਼ਰੂਰੀ ਹੈ ਕਿ ਇੱਧਰ ਜਿਹੜੇ ਪਹਾੜੀ ਰਾਜੇ ਨੇ ਇਹ ਵੀ ਨਾਲ ਰਲੇ ਹੋਣ, ਇਹ ਵੀ ਆਪਣੀ ਫੌਜ ਲੈ ਕੇ ਉਹਦੀ ਮਦਦ ਕਰਨ ਵਾਸਤੇ ਆਉਣਗੇ। ਮਿਲ ਕਰ ਪੁੰਜ ਅਧਿਕ ਪ੍ਰਭ ਲਾਵੇ, ਏਦਾਂ ਜਦੋਂ ਇਹ ਸਾਰੇ ਰਲ ਕੇ ਇਕੱਠੇ ਹੋ ਗਏ ਤਾਂ ਫਿਰ ਬਹੁਤ ਜ਼ਿਆਦਾ ਪ੍ਰਬਲ ਦਲ ਬਣ ਜਾਏਗਾ। ਜੇਕਰ ਬਨੇ ਸੁਚੇਤੀ ਤੁਮ ਤੇ, ਜੇਕਰ ਤੁਹਾਡੇ ਕੋਲੋਂ ਸੁਚੇਤੀ ਬਣ ਸਕਦੀ ਹੈ, ਜੇਕਰ ਤੁਹਾਡੇ ਕੋਲੋਂ ਸਾਵਧਾਨੀ ਬਣ ਸਕਦੀ ਹੈ, ਲਰਨ ਹੇਤ ਸੋ ਭਨੀਏ ਹਮ ਤੇ, ਫਿਰ ਲੜਨ ਵਾਸਤੇ ਆਖੋ, ਫਿਰ ਆ ਜੰਗ ਕਰਨ ਵਾਸਤੇ ਸਾਨੂੰ ਕਹੋ। ਸੁਨਤ ਖਾਲਸਾ ਅਖਿਲ ਉਚਾਰੇ, ਸਤਿਗੁਰੂ ਜੀ ਦੇ ਬਚਨ ਸੁਣ ਕੇ ਸਾਰੇ ਖਾਲਸੇ ਨੇ ਇੱਕ ਸੁਰ ਵਿੱਚ ਜਵਾਬ ਦਿੱਤਾ। ਕਾਰਨ ਕਰਨ ਆਪ ਹੋ ਸਾਰੇ, ਕਹਿਣ ਲੱਗੇ ਸਤਿਗੁਰੂ ਜੀ ਸਾਰੇ ਕਾਰਨ ਕਰਨ ਵਾਲੇ ਤੁਸੀਂ ਆਪ ਖੁਦ ਮਾਲਕ ਹੋ, ਕਰਨ ਵਾਲੇ ਵੀ ਹੋ, ਕਾਰਜ ਰੂਪ ਵੀ ਹੋ ਤੇ ਕਾਰਨ ਰੂਪ ਵੀ ਹੋ। ਜਬ ਪੁਨਸਾਰ ਭਈ ਦਿਨ ਚੜਿਓ, ਇਸ ਤਰ੍ਹਾਂ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਅਸੀਂ ਲੜਨ ਵਾਸਤੇ ਤਿਆਰ ਹਾਂ। ਇਹ ਬਚਨ ਬਿਲਾਸ ਕਰਦਿਆਂ ਤਿਆਰੀ ਕਰਦਿਆਂ ਅੰਮ੍ਰਿਤ ਵੇਲੇ ਦਾ ਸਮਾਂ ਬੀਤ ਗਿਆ, ਲੋ ਲੱਗ ਗਈ, ਦਿਨ ਚੜ ਗਿਆ। ਸਿੰਘਨ ਵਿਖੇ ਵੀਰ ਰਸ ਵੱਡਿਓ, ਸਿੰਘਾਂ ਵਿੱਚ ਵੀਰ ਰਸ ਭਰਿਆ ਹੋਇਆ। ਮਹਾਰਾਜ ਜੀ ਨੇ ਵੇਖੋ ਕਿਤਨੀ ਉਹਨਾਂ ਦੀ ਭਾਵਨਾ ਜਾਣਨ ਲਈ ਪੁੱਛਿਆ, ਦੱਸੋ ਭਾਈ ਕਿਵੇਂ ਕਰਨਾ? 1.25 ਲੱਖ ਦੁਸ਼ਮਣ ਦੀ ਫੌਜ ਆ ਰਹੀ ਹੈ, ਪਹਾੜੀ ਰਾਜਿਆਂ ਦੀ ਫੌਜ ਵੀ ਨਾਲ ਰਲੇਗੀ। ਤੁਸੀਂ ਦੱਸੋ, ਤੁਸੀਂ ਕੇਵਲ 500 ਹੋ, ਲੜੋਗੇ? ਕੀ ਕਰੋਗੇ? ਤੇ ਸਿੰਘਾਂ ਨੇ ਕਿਹਾ ਮਹਾਰਾਜ ਹਾਂ ਲੜਾਂਗੇ। ਤੇ ਜਦੋਂ ਸੂਰਮਤਾਈ ਦੀ, ਕਿਉਂਕਿ ਮਾਨਸਿਕਤਾ ਦੇ ਵਿੱਚ ਜਿਸ ਦੇ ਸੂਰਮਤਾਈ ਹੈ ਉਹ ਭਾਵੇਂ ਗਿਣਤੀ 'ਚ ਥੋੜੇ ਵੀ ਹੋਣ, ਬਹੁਤਿਆਂ ਤੇ ਭਾਰੂ ਹੁੰਦੇ ਨੇ। ਬਹੁਤ ਸਾਰੀ ਗਿਣਤੀ ਹੋਵੇ ਪਰ ਮਾਨਸਿਕ ਤੌਰ ਤੇ ਕਮਜ਼ੋਰ ਹੋਣ, ਹੌਸਲੇ ਢਹਿੰਦੇ ਹੋਣ, ਉਹ ਭਾਵੇਂ ਬਹੁਤ ਸਾਰੇ ਹੋਣ, ਉਹ ਤਾਂ ਵੀ ਥੋੜਿਆਂ ਦੇ ਸਾਹਮਣੇ ਆਪਣੀਆਂ ਗੋਡਣੀਆਂ ਟੇਕ ਦਿੰਦੇ ਹਨ। ਤੋ ਗੁਰਦੇਵ ਨੇ ਜਾਣਨਾ ਚਾਹਿਆ ਸੀ ਵੀ ਇਹਨਾਂ ਦੀ ਮਾਨਸਿਕਤਾ ਕੀ ਹੈ ਇਸ ਵੇਲੇ, ਤਾਂ ਕਹਿੰਦੇ ਨਹੀਂ ਮਹਾਰਾਜ ਅਸੀਂ ਲੜਾਂਗੇ। ਸਾਰੇ ਸਿੰਘ ਵੀਰ ਰਸ ਦੇ ਨਾਲ ਭਰੇ ਹੋਏ ਨੇ, ਵੀਰ ਰਸ ਨਾਲ ਚਿਹਰਿਆਂ ਤੇ ਲਾਲੀਆਂ ਛਾਈਆਂ ਹੋਈਆਂ ਨੇ। ਸ਼ਸਤਰ ਬਸਤਰ ਨਿਜ ਤੁਰੰਗ ਸੰਭਾਲੇ, ਸਭ ਨੇ ਆਪੋ ਆਪਣੇ ਸ਼ਸਤਰ ਬਸਤਰ ਘੋੜੇ ਸੰਭਾਲ ਲਏ ਹਨ। ਜ਼ੀਨ ਸਬਨ ਤੇ ਤਤ ਛਿਨ ਡਾਲੇ, ਤਤ ਛਿਨ ਉਸੇ ਵਕਤ ਆਪੋ ਆਪਣਿਆਂ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਸ਼ਿੰਗਾਰ ਲਏ। ਭਈ ਪ੍ਰਭਾਤ ਤੁਰਕ ਦਲ ਆਏ, ਉਧਰ ਥੋੜਾ ਜਿਹਾ ਸਮਾਂ ਬੀਤਿਆ ਤੇ ਤੁਰਕਾਂ ਦੀਆਂ ਫੌਜਾਂ ਵੀ ਆ ਪਹੁੰਚੀਆਂ। ਦੁੰਦਪ ਬਾਜੇ ਪੁਰ ਸੁਨ ਪਾਏ, ਨਗਾਰੇ ਵੱਜੇ, ਦੁਸ਼ਮਣ ਦਲ ਦੇ ਨਗਾਰੇ ਵੱਜੇ, ਉਹਨਾਂ ਦੀ ਆਵਾਜ਼ ਸ੍ਰੀ ਆਨੰਦਪੁਰ ਸਾਹਿਬ ਆ ਕੇ ਸੁਣਾਈ ਦੇਣ ਲੱਗੀ। ਭਈ ਜੰਗ ਕੀ ਤਿਆਰੀ ਜਬੇ, ਜੰਗ ਦੀਆਂ ਤਿਆਰੀਆਂ ਹੋ ਗਈਆਂ। ਸਿੰਘਾਂ ਨੇ ਜਾਣ ਲਿਆ ਕਿ ਹੁਣ ਤਾਂ ਜੰਗ ਹੋਵੇਗਾ, ਯੁੱਧ ਹੋਵੇਗਾ। ਮੇਮੂ ਖਾਂ ਪਠਾਨ ਇੱਕ ਤਬੇ, ਖਾਲਸਾ ਜੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਫੌਜ ਵਿੱਚ
ਇੱਕ ਮੁਸਲਮਾਨ ਪਠਾਨ ਸੀ, ਇਹਦਾ ਨਾਮ ਸੀ ਮੇਮੂ ਖਾਨ। ਇਹਦੇ ਨਾਲ ਤਕਰੀਬਨ 100 ਸਿਪਾਹੀਆਂ ਦਾ ਜਥਾ ਸੀ, ਸਤਿਗੁਰਾਂ ਕੋਲ ਨੌਕਰੀ ਕਰਦਾ ਸੀ। ਇਹ ਪਠਾਨ ਸੀ, ਸਮੇਂ ਦੀ ਸਰਕਾਰ ਦੇ ਕੋਲੋਂ ਬਾਗੀ ਸੀ, ਹੋਰ ਕਿਤੇ ਇਹਨੂੰ ਨੌਕਰੀ ਨਹੀਂ ਸੀ ਮਿਲਦੀ। ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ ਆਇਆ ਹੋਇਆ ਸੀ। ਵੇਖੋ, ਮੇਰੇ ਸਤਿਗੁਰਾਂ ਦੀ ਦ੍ਰਿਸ਼ਟੀ 'ਚ ਕਿਸੇ ਪ੍ਰਤੀ ਵਿਤਕਰਾ ਨਹੀਂ। ਚਾਹੇ ਮੁਸਲਮਾਨਾਂ ਨਾਲ, ਮਲੇਛਾਂ ਨਾਲ ਉਸ ਵੇਲੇ ਟੱਕਰ ਸੀ, ਫੌਜ ਆਈ ਹੈ, ਉਹਨਾਂ ਕੋਲੋਂ ਬਾਗੀ ਹੋ ਕੇ ਆਏ ਨੇ, ਤਾਂ ਮੇਰੇ ਗੁਰਦੇਵ ਨੇ ਬਿਨਾਂ ਕਿਸੇ ਵਿਤਕਰੇ ਤੋਂ ਇਹਨਾਂ ਨੂੰ ਆਪਣੇ ਕੋਲ ਸਤਿਕਾਰ ਦੇ ਕੇ ਰੱਖਿਆ। ਮਨ ਵਿੱਚ ਉਹਨਾਂ ਪ੍ਰਤੀ ਕੋਈ ਦਵੰਦ ਭਾਵ ਨਹੀਂ ਰੱਖਿਆ, ਕਿਉਂਕਿ ਗੁਰਦੇਵ ਜਾਣਦੇ ਨੇ ਕਿ ਜੋ ਸਰਕਾਰਾਂ ਨੂੰ, ਮਲੇਛ ਸਰਕਾਰਾਂ ਨੂੰ ਬਗਾਵਤ ਕਰਕੇ ਕਹਿ ਕੇ ਆਏ ਨੇ, ਆਖਰਕਾਰ ਇਹਨਾਂ ਅੰਦਰ ਕੋਈ ਚਿਣਗ ਹੋਵੇਗੀ। ਤਾਂ ਉਹਨਾਂ ਨੂੰ ਆਪਣੇ ਨਾਲ, ਉਹ ਜੇ ਸਤਿਗੁਰਾਂ ਦੀ ਸ਼ਰਨ ਆਏ ਨੇ ਤੇ ਗੁਰਦੇਵ ਨੇ ਰੱਖ ਲਿਆ। ਪਰ ਪੂਰਨ ਰੂਪ ਦੇ ਉੱਤੇ ਉਹਨਾਂ ਦੇ ਉੱਤੇ ਜੇ ਕਹੀਏ ਨਿਰਭਰ ਹੀ ਹੋ ਜਾਣਾ, ਐਸਾ ਵੀ ਨਹੀਂ ਸੀ। ਨਿਰਭਰ ਹੀ ਹੋ ਜਾਣਾ ਤਾਂ ਐਸਾ ਵੀ ਨਹੀਂ ਸੀ। ਉਦੋਂ ਭੰਗਾਣੀ ਦੇ ਜੰਗ ਵਿੱਚ ਵੀ ਕੁਝ ਪਠਾਨ ਮਹਾਰਾਜ ਜੀ ਤੋਂ ਬਾਗੀ ਹੋ ਕੇ ਚਲੇ ਗਏ ਸਨ, ਜਾ ਕੇ ਪਹਾੜੀਆਂ ਨਾਲ ਜਾ ਰਲੇ ਸੀ। ਪਰ ਇੱਕ 100 ਪਠਾਨ ਦੇ ਜਥੇ ਸਮੇਤ ਇੱਕ ਪਠਾਨ ਨੇ ਮਹਾਰਾਜ ਜੀ ਦੇ ਖਿਲਾਫ ਨਹੀਂ ਜਾਣਾ ਕੀਤਾ, ਗੁਰੂ ਸ਼ਰਨ ਚ ਰਿਹਾ, ਪਰ ਗੁਰਦੇਵ ਨੇ ਖੁਦ ਉਹਨੂੰ ਛੁੱਟੀ ਦੇ ਦਿੱਤੀ। ਤੋ ਮੇਮੂ ਖਾਨ ਨਾਮ ਦਾ ਇੱਕ ਪਠਾਨ ਸੀ, ਜੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਫੌਜ ਵਿੱਚ ਭਰਤੀ ਹੈ। ਸ਼੍ਰੀ ਗੁਰ ਕੋ ਚਾਕਰ ਵੱਡ ਯੋਧਾ, ਇਹ ਸਤਿਗੁਰਾਂ ਦਾ ਚਾਕਰ ਹੋਇਆ ਔਰ ਬੜਾ ਯੋਧਾ ਸੀ, ਬੜਾ ਸੂਰਮਾ ਸੀ। ਇਹ ਪਠਾਨਾਂ ਦੀਆਂ ਫੌਜਾਂ ਵੀ ਮਹਾਰਾਜ ਜੀ ਨੇ ਰੱਖੀਆਂ ਨੇ, ਤਾਂ ਜੋ ਇਹਨਾਂ ਦੇ ਪਾਸ ਜਿਹੜੀ ਸ਼ਸਤਰ ਵਿਦਿਆ, ਲੜਨ ਦੀ ਤਕਨੀਕ ਹੈ, ਉਸ ਤੋਂ ਵੀ ਸਿੰਘ ਵਾਕਿਫ ਹੋ ਸਕਣ। ਇਹ ਨੀਤੀ ਸੀ ਸਤਿਗੁਰਾਂ ਦੀ ਕਿ ਪਠਾਨ ਕਿਸ ਢੰਗ ਨਾਲ ਲੜਦੇ ਨੇ, ਇਹ ਸ਼ਸਤਰ ਕਿਵੇਂ ਚਲਾਉਂਦੇ ਨੇ, ਲੜਨ ਵੇਲੇ ਇਹ ਕਿਸ ਵਿਰਤੀ ਨਾਲ ਲੜਦੇ ਨੇ, ਮਹਾਰਾਜ ਜੀ ਸਿੰਘਾਂ ਨੂੰ ਸਿਖਾਉਣਾ ਚਾਹੁੰਦੇ ਸੀ। ਇਸ ਕਰਕੇ ਇਹਨੂੰ ਭਰਤੀ ਕੀਤਾ ਹੋਇਆ ਆਪਣੇ ਪਾਸ। ਬੜਾ ਵੱਡਾ ਯੋਧਾ ਹੈ, ਸੂਰਮਾ ਹੈ ਔਰ ਸਤਿਗੁਰਾਂ ਦਾ ਚਾਕਰ ਹੈ। ਜੰਗ ਸਮੇਂ ਲੱਖ ਕੈ ਧਰ ਕ੍ਰੋਧਾ, ਜਦੋਂ ਇਹਨੂੰ ਪਤਾ ਲੱਗਾ ਦੁਸ਼ਮਣ ਦਲ ਦੀ ਫੌਜ ਆਈ ਹੈ, ਤਾਂ ਜੰਗ ਲੜਨ ਦਾ ਵੇਲਾ ਜਾਣ ਕੇ ਬੜੀ ਵੀਰ ਅਸੀਂ ਬਿਰਤੀ ਧਾਰਨ ਕਰਕੇ, ਬੜੀ ਸੂਰਬੀਰਤਾਈ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸ਼ਸਤਰ ਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਆਇਆ। ਪ੍ਰਭ ਕੇ ਪਾਸ ਆਏ ਕਰ ਭਾਖਾ, ਸਤਿਗੁਰੂ ਜੀ ਦੇ ਕੋਲ ਆ ਕੇ ਬੜੇ ਸਤਿਕਾਰ ਨਾਲ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਮੇਮੂ ਖਾਨ ਕਹਿਣ ਲੱਗਾ, ਪਾਤਸ਼ਾਹ ਜਿਸ ਹਿਤ ਤੁਮ ਰਾਖਾ, ਇਹ ਸੱਚੇ ਪਾਤਸ਼ਾਹ, ਜਿਸ ਵਾਸਤੇ ਤੁਸੀਂ ਮੈਨੂੰ ਆਪਣੇ ਕੋਲ ਰੱਖਿਆ, ਲੜਨ ਵਾਸਤੇ ਰੱਖਿਆ ਨਾ ਦੁਸ਼ਮਣ ਦਲ ਨਾਲ, ਜਿਸ ਵਾਸਤੇ ਆਪ ਜੀ ਨੇ ਮੈਨੂੰ ਆਪਣੇ ਪਾਸ ਰੱਖਿਆ ਹੈ, ਸੋ ਸੁਪਟਨ ਕੋ ਡੇਰਾ ਦੀਨਾ, ਮੇਰੇ ਨਾਲ 100 ਸੂਰਮੇ ਨੇ, ਉਹਨਾਂ ਨੂੰ ਤੁਸੀਂ ਡੇਰਾ ਦਿੱਤਾ ਹੈ, ਰਹਿਣ ਸਹਿਣ ਨੂੰ ਥਾਂ ਦਿੱਤੀ ਹੈ, ਖਾਣ ਨੂੰ ਕਈ ਪ੍ਰਕਾਰ ਦੇ ਭੋਜਨ ਦਿੱਤੇ ਨੇ, ਤਨਖਾਹਾਂ ਦਿੱਤੀਆਂ ਨੇ, ਸੋਹਣੇ ਬਸਤਰ ਤੇ ਸ਼ਸਤਰ ਪ੍ਰਦਾਨ ਕੀਤੇ ਨੇ, ਘੋੜੇ ਬਖਸ਼ੇ ਨੇ। ਮਹਾਰਾਜ ਜੀ ਆਪ ਜੀ ਨੇ ਸਾਨੂੰ 100 ਸੂਰਮਿਆਂ ਸਮੇਤ ਆਪਣੇ ਕੋਲ ਡੇਰਾ ਦਿੱਤਾ ਹੈ। ਸਭ ਕੋ ਜਮਾਦਾਰ ਮੁਝ ਕੀਨਾ, ਉਹਨਾਂ 100 ਸੂਰਮਿਆਂ ਦਾ ਮੈਂ ਜਮਾਦਾਰ ਹਾਂ। ਜਮਾਦਾਰ ਦਾ ਮਤਲਬ ਹੁੰਦਾ ਜਥੇਦਾਰ। ਮੈਂ ਉਹਨਾਂ 100 ਸੂਰਮਿਆਂ ਦਾ ਜਥੇ ਦਾ ਆਗੂ ਹਾਂ। ਨਿਮਕ ਆਪ ਕੋ ਖਾਏ ਵਿਸ਼ੇਖੋ, ਮਹਾਰਾਜ ਮੈਂ ਆਪ ਜੀ ਦੇ ਘਰ ਦਾ ਲੂਣ ਖਾਧਾ, ਆਪ ਜੀ ਦੇ ਘਰ ਦਾ ਵਿਸ਼ੇਸ਼ ਕਰਕੇ ਨਮਕ ਖਾਧਾ ਹੈ। ਤਹਿ ਬਹਾਦਰੀ ਕੋ ਅਬ ਦੇਖੋ, ਮਹਾਰਾਜ ਹੁਣ ਉਸ ਖਾਧੇ ਹੋਏ ਨਮਕ ਦੀ ਮੈਂ ਲਾਜ ਰੱਖਣੀ ਹੈ। ਹੁਣ ਮੈਂ ਜੰਗ ਦੇ ਮੈਦਾਨ ਵਿੱਚ ਆਪਣੀ ਬਹਾਦਰੀ ਵਿਖਾਉਣੀ ਹੈ। ਮਹਾਰਾਜ ਕਿਰਪਾ ਕਰਿਓ, ਮੇਰੀ ਬਹਾਦਰੀ ਦੇ ਜ਼ਾਹਰ ਹੁਣ ਜੰਗ ਦੇ ਮੈਦਾਨ ਵਿੱਚ ਵੇਖਿਓ। ਸੁਨ ਪ੍ਰਸੰਨ ਕਲਗੀਧਰ ਹੋਏ ਕੈ, ਮੇਮੂ ਖਾਨ ਦੀ ਬੇਨਤੀ ਸੁਣ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਇੱਕ ਕਮਾਨ ਕੋ ਬਖਸ਼ਨ ਕਹਿ ਕੈ, ਗੁਰਦੇਵ ਨੇ ਇੱਕ ਬੜੀ ਸੁੰਦਰ ਕਮਾਨ ਉਹ ਮੇਮੂ ਖਾਨ ਨੂੰ ਬਖਸ਼ੀ ਹੈ।
ਆਪ ਆਪਣੇ ਹੱਥੀਂ ਬੜੀ ਸੁੰਦਰ ਕੀਮਤੀ ਕਮਾਨ ਮੇਮੂ ਖਾਨ ਨੂੰ ਬਖਸ਼ੀ ਹੈ। ਕਯੋ ਸ਼ਰੀਕ ਮਾਰਨੋ ਨੀਕੋ। ਮਹਾਰਾਜ ਜੀ ਕਹਿੰਦੇ ਸ਼ਰੀਕਾਂ ਨੂੰ ਮਾਰਨਾ ਹੀ ਚੰਗਾ ਹੈ। ਸ਼ਰੀਕ ਨੇ ਨਾ ਇਹ ਮੁਗਲ ਸਾਡੇ ਸ਼ਰੀਕ ਬਣ ਕੇ ਆਏ ਨੇ ਤੇ ਇਹਨਾਂ ਸ਼ਰੀਕਾਂ ਨੂੰ ਮਾਰਨਾ ਹੀ ਚੰਗਾ ਹੈ। ਸਨਮੁਖ ਆਏ ਕਰਤ ਰਣ ਹੀ ਕੋ। ਸਾਡੇ ਸਨਮੁਖ ਆਏ ਨੇ ਜੰਗ ਦੇ ਮੈਦਾਨ ਵਿੱਚ, ਤੇ ਜੇ ਸਨਮੁਖ ਆਏ ਨੇ ਤੇ ਸੂਰਮੇ ਦਾ ਧਰਮ ਹੁੰਦਾ ਮੇਮੂ ਖਾਨ ਜੀ, ਸਨਮੁਖ ਹੋ ਕੇ ਵੈਰੀ ਨਾਲ ਲੜਨਾ ਜੂਝਣਾ। ਦੁਤੀਓ ਸੈਦ ਬੇਗ ਉਮਰਾਉ। ਇਹ ਤੇ ਸੀ ਮੇਮੂ ਖਾਨ। ਇੱਕ ਦੂਜਾ ਜਰਨੈਲ ਸੀ ਸਤਿਗੁਰਾਂ ਦਾ ਸੈਦ ਬੇਗ। ਪਿੱਛੇ ਕਥਾ ਆਈ ਹੈ, ਸੈਦ ਬੇਗ ਮਹਾਰਾਜ ਜੀ ਦਾ ਮੁਰੀਦ ਬਣ ਕੇ ਸਤਿਗੁਰਾਂ ਦੀ ਸ਼ਰਨ ਆ ਗਿਆ ਸੀ। ਇਹਦੇ ਨਾਲ ਫੌਜਾਂ ਆਈਆਂ ਸਨ, ਉਹਨਾਂ ਸਾਰਿਆਂ ਤੋਂ ਵੱਖਰਾ ਹੋ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਚ ਆ ਪਿਆ ਸੀ। ਤੇ ਗੁਰਦੇਵ ਦੀ ਚਰਨਾਂ ਵਿੱਚ ਭਾਈ ਸੈਦ ਬੇਗ ਜੀ ਹਾਜ਼ਰ ਹੋਏ। ਡੇਰਾ ਪੂਰਬ ਦੀਨ ਲੁਟਾਉ। ਇਹਨੇ ਆਪਣਾ ਸਾਰਾ ਡੇਰਾ ਪਹਿਲਾਂ ਲੁਟਾ ਦਿੱਤਾ ਸੀ। ਜਿਹੜੀ ਫੌਜ ਇਹਦੇ ਨਾਲ ਆਈ ਸੀ ਉਹਨਾਂ ਦੇ ਨਾਲ ਹੋ ਕੇ ਗੁਰੂ ਸਾਹਿਬ ਨਾਲ ਲੜਨ ਦੀ ਬਜਾਏ ਇਹ ਸਤਿਗੁਰਾਂ ਵੱਲੋਂ ਹੋ ਕੇ ਉਹਨਾਂ ਨਾਲ ਲੜਿਆ ਸੀ। ਸੋ ਪੀ ਆਨ ਕਰੋ ਜਬ ਪਇਓ। ਸੈਦ ਬੇਗ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਆਣ ਖਲੋਤਾ। ਸ੍ਰੀ ਨਾਨਕ ਸੰਗ ਮਿਲ ਮਗ ਲਿਓ। ਮਹਾਰਾਜ ਜੀ ਨੇ ਸੈਦ ਬੇਗ ਨੂੰ ਕਿਹਾ ਸੀ, ਸੈਦ ਬੇਗ ਤੇਰਾ ਪਿਛਲਾ ਜਨਮ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਜੁੜਿਆ ਹੋਇਆ ਹੈ। ਉਦੋਂ ਤੂੰ ਬੇਨਤੀ ਕੀਤੀ ਸੀ, ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ, ਮੈਂ ਸ਼ਸਤਰ ਧਾਰੀ ਹਾਂ। ਤਾਂ ਗੁਰੂ ਸਾਹਿਬ ਨੇ ਤੈਨੂੰ ਕਿਹਾ ਸੀ ਕਿ 10ਵੇਂ ਜਾਮੇ 'ਚ ਤੇਰੇ ਕੋਲੋਂ ਤੇਰੀ ਇਸ ਤਲਵਾਰ ਸਹਿਤ ਸੇਵਾ ਲਵਾਂਗੇ। ਉਹ ਸੈਦ ਬੇਗ ਮਹਾਰਾਜ ਜੀ ਦੇ ਚਰਨਾਂ 'ਚ ਖਲੋਤਾ ਹੱਥ ਜੋੜ ਕੇ। ਤਿਸ ਕੋ ਪੀ ਬਖਸ਼ੇ ਗੁਰ ਆਯੁਧ। ਮਹਾਰਾਜ ਜੀ ਨੇ ਸੈਦ ਬੇਗ ਜੀ ਨੂੰ ਵੀ ਆਪ ਆਪਣੇ ਹੱਥੀਂ ਕੋਈ ਕੀਮਤੀ ਸ਼ਸਤਰ ਬਖਸ਼ੇ ਹਨ। ਭਇਓ ਸੁਚੇਤ ਸੁ ਕਰਨ ਮਹਾਜੁਦ। ਜੰਗ ਦੇ ਮੈਦਾਨ 'ਚ ਲੜਨ ਵਾਸਤੇ ਸੈਦ ਬੇਗ ਜੀ ਗੁਰੂ ਸਾਹਿਬ ਜੀ ਵੱਲੋਂ ਲੜਨ ਲਈ ਸੁਚੇਤ ਹੋ ਗਏ, ਸਾਵਧਾਨ ਹੋ ਗਏ। ਆਪਣੋ ਸਿੱਖ ਜਾਨ ਹਿਤ ਕਰਿਓ। ਆਪਣਾ ਸਿੱਖ ਜਾਣ ਕੇ ਸੈਦ ਬੇਗ ਨੂੰ, ਕਿਉਂਕਿ ਇਸ ਜਨਮ ਦਾ ਹੀ ਨਹੀਂ ਇਹ ਪਿਛਲੇ ਜਨਮ ਦਾ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਸੀ, ਤੋ ਆਪਣਾ ਸਿੱਖ ਜਾਣ ਕੇ ਮਹਾਰਾਜ ਜੀ ਨੇ ਇਹਦੇ ਤੇ ਬੜਾ ਭਾਰੀ ਤਰਸ ਕੀਤਾ, ਕਿਰਪਾ ਕੀਤੀ, ਹਿਤ ਕੀਤਾ। ਤਿਸ ਕੇ ਸਿਰ ਪਰ ਨਿਜ ਕਰ ਧਰਿਓ। ਸੈਦ ਬੇਗ ਦੇ ਸਿਰ ਤੇ ਬਾਜਾਂ ਵਾਲੇ ਪ੍ਰੀਤਮ ਸੁਆਮੀ ਨੇ ਆਪਣਾ ਮਿਹਰਾਂ ਭਰਿਆ ਹੱਥ ਧਰਿਆ ਹੈ। ਮਜ਼ਹਬ ਕਰਕੇ ਭਵੇਂ ਪਹਿਲਾਂ ਮੁਸਲਮਾਨ ਸੀ ਪਰ ਹੁਣ ਗੁਰੂ ਕਾ ਸਿੱਖ ਬਣ ਚੁੱਕਾ ਹੈ। ਸਿਰ ਤੇ ਹੱਥ ਧਰਿਆ ਗੁਰੂ ਕਲਗੀਧਰ ਪਾਤਸ਼ਾਹ ਨੇ ਭਾਈ ਸੈਦ ਬੇਗ ਦੇ ਸਿਰ ਤੇ। ਦੋਨੋਂ ਬੜੇ ਵੀਰ ਤਬ ਗਏ। ਸੈਦ ਬੇਗ ਤੇ ਦੂਜੇ ਭਾਈ ਮੇਮੂ ਖਾਨ ਜੀ, ਇਹ ਦੋਵੇਂ ਜਰਨੈਲ, ਇਹ ਦੋਵੇਂ ਸੂਰਮੇ ਮਹਾਰਾਜ ਜੀ ਦਾ ਥਾਪੜਾ ਲੈ ਕੇ ਰਣ ਭੂਮੀ ਵੱਲ ਵਧੇ ਹਨ। ਨਿਕਸੇ ਸਿੰਘ ਸੰਗ ਸਭ ਲਏ। ਬਹੁਤ ਸਾਰੇ ਸਿੰਘਾਂ ਦਾ ਜਥਾ ਵੀ ਇਹਨਾਂ ਨੇ ਆਪਣੇ ਨਾਲ ਲਿਆ ਹੈ। ਕਲਗੀ ਝੂਲਤ ਆਪ ਅਰੂਡੇ। ਕਲਗੀਆਂ ਵਾਲੇ ਪਾਤਸ਼ਾਹ ਦੇ ਸੀਸ ਤੇ ਕਲਗੀ ਝੂਲਦੀ ਹੈ ਔਰ ਗਰੀਬ ਨਵਾਜ ਸਤਿਗੁਰੂ ਜੀ ਆਪਣੇ ਘੋੜੇ ਤੇ ਸਵਾਰ ਹੋਏ ਨੇ। ਕੋਨੇ ਲਖੇ ਜਿਨੋ ਗੁਣ ਗੂਡੇ। ਕਿਹੜਾ ਹੈ ਐਸਾ ਜਿਹੜਾ ਨਹੀਂ ਜਾਣਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੂੜ ਗੁਣ ਨੇ। ਮਹਾਰਾਜ ਜੀ ਦੇ ਗੂੜ ਗੁਣ ਇਤਨੇ ਗੂੜ ਨੇ ਕਿ ਕੋਈ ਨਹੀਂ ਜਾਣ ਸਕਦਾ। ਮਹਾਰਾਜ ਜੀ ਦੀ ਮਹਿਮਾ ਦਾ ਅੰਤ ਕੋਈ ਨਹੀਂ ਜਾਣ ਸਕਦਾ। ਸਮੁਖ ਰਿਪਨ ਕੇ ਜਬ ਥਿਰ ਪਏ। ਜਦੋਂ ਦੁਸ਼ਮਣਾਂ ਦੇ ਸਾਹਮਣੇ ਜਾ ਕੇ ਮਹਾਰਾਜ ਜੀ ਖਲੋ ਗਏ ਰਣ ਭੂਮੀ ਵਿੱਚ, ਰਾਜੇ ਤੁਰਕ ਸਕਲ ਮਿਲ ਗਏ। ਉਹੀ ਗੱਲ ਹੋਈ ਕਿ ਉਧਰ ਪਹਾੜੀ ਰਾਜੇ ਵੀ ਫੌਜਾਂ ਲੈ ਕੇ ਸੈਦੇ ਖਾਨ ਦੇ ਨਾਲ ਆ ਰਲੇ। ਸੈਦੇ ਖਾਨ ਜੋ ਚੱਲ ਕੇ ਆਇਆ ਦਿੱਲੀ ਤੋਂ 1.25 ਲੱਖ ਫੌਜ ਲੈ ਕੇ, ਉਹਦੇ ਨਾਲ ਪਹਾੜੀ ਰਾਜੇ ਵੀ ਆਪਣੀ ਫੌਜ ਲੈ ਕੇ ਜਾ ਰਲੇ ਹਨ। ਅਵਲੋਕਤ ਸਿੰਘਨ ਤਿਨ ਔਰਾ। ਸਿੰਘਾਂ ਨੇ ਜਦੋਂ ਦੁਸ਼ਮਣ ਦਲ ਦੀ ਫੌਜ ਵੱਲ ਵੇਖਿਆ, ਨਿਗਾਹ ਮਾਰ ਕੇ ਤੱਕਿਆ, 1.25 ਲੱਖ ਫੌਜ ਸੈਦੇ ਖਾਨ ਦੇ ਨਾਲ ਹੈ। ਪਹਾੜੀ ਰਾਜਿਆਂ ਦੀਆਂ ਹਜ਼ਾਰਾਂ ਫੌਜਾਂ ਵੀ ਨਾਲ ਆ ਕੇ ਰਲ ਗਈਆਂ ਨੇ। ਗੁਰਸਨ ਕਯੋ ਖਰਚ ਰਣ ਥੋਰਾ। ਸਿੰਘ ਕਹਿਣ ਲੱਗੇ, ਕੁਝ ਸਿੰਘ
ਦੁਸ਼ਮਣ ਦਾ ਦਲ ਵੇਖ ਕੇ, ਮਹਾਰਾਜ ਜੀ ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ ਹੈ, ਸਾਡੇ ਕੋਲ ਲੜਨ ਵਾਸਤੇ ਜਿਹੜਾ ਸਾਜੋ ਸਮਾਨ ਹੈ ਉਹਨਾਂ ਦੇ ਮੁਕਾਬਲੇ ਥੋੜਾ ਹੈ। 1.25 ਲੱਖ ਸੈਦੇ ਖਾਨ ਦੇ ਨਾਲ ਬਾਕੀ ਹਜ਼ਾਰਾਂ ਪਹਾੜੀ ਰਾਜੇ ਆ ਰਲੇ ਨੇ, ਅਸੀਂ ਕੇਵਲ 500 ਹਾਂ ਤੇ ਸਾਡੇ ਕੋਲ ਲੜਨ ਵਾਸਤੇ ਜਿਹੜਾ ਸਮਾਨ ਹੁੰਦਾ ਹੈ, ਗੋਲੀ ਸਿੱਕਾ ਬਾਰੂਦ, ਉਹ ਵੀ ਮਹਾਰਾਜ ਜੀ ਸਾਡੇ ਕੋਲ ਇਸ ਵੇਲੇ ਥੋੜਾ ਹੈ। ਪ੍ਰਭ ਬੋਲੇ ਦ੍ਰਿਗ ਮੂੰਦਨ ਕਰੋ। ਮਹਾਰਾਜ ਜੀ ਕਹਿੰਦੇ ਸਿੰਘੋ ਨੇਤਰ ਬੰਦ ਕਰੋ। ਅੱਖਾਂ ਵਿੱਚੋਂ ਗੁਰਦੇਵ ਦਾ ਬਚਨ ਜਦੋਂ ਹੋਇਆ ਕਿ ਸਿੰਘੋ ਨੇਤਰ ਮੁੰਦ ਕੇ ਵੇਖੋ, ਖਰਚ ਲੜਾਈ ਪਿਖ ਹਿਤ ਧਰੋ। ਤੇ ਨੇਤਰ ਮੁੰਦੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਕੋਲ ਲੜਨ ਵਾਸਤੇ ਕਿੰਨਾ ਕੁ ਖਰਚ ਪਿਆ ਹੋਇਆ। ਨੇਤਰ ਮੁੰਦ ਕੇ ਵੇਖੋ, ਤੁਹਾਨੂੰ ਆਪ ਖੁਦ ਪਤਾ ਲੱਗ ਜਾਏਗਾ ਕਿ ਤੁਹਾਡੇ ਕੋਲ ਲੜਨ ਵਾਸਤੇ ਕਿਤਨਾ ਸਬਾਬ ਹੈ, ਕਿਤਨੀਆਂ ਫੌਜਾਂ ਨੇ, ਕਿਤਨਾ ਤੁਹਾਡੇ ਕੋਲ ਖਰਚ ਪਿਆ ਹੋਇਆ ਜੋ ਲੜਾਈ ਦੇ ਜੰਗ ਦੇ ਮੈਦਾਨ 'ਚ ਕੰਮ ਆਉਂਦਾ ਹੈ। ਗੁਰ ਕੇ ਕਾਏ ਮੂੰਦ ਦ੍ਰਿਗ ਲੀਨਾ। ਸਤਿਗੁਰੂ ਜੀ ਦਾ ਬਚਨ ਸੁਣਦਿਆਂ ਗੁਰਸਿੰਘਾਂ ਨੇ ਉਸੇ ਵੇਲੇ 7 ਬਚਨ ਕਹਿ ਕੇ ਜਦੋਂ ਆਪਣੇ ਨੇਤਰ ਮੁੰਦੇ, ਰਚਨਾ ਬੜੀ ਬਿਲੋਕਨ ਕੀਨਾ। ਨੇਤਰ ਮੁੰਦੇ ਤੇ ਸਿੰਘਾਂ ਨੇ ਕੀ ਵੇਖਿਆ ਕਿ ਜਿੱਥੇ ਸਿੰਘ ਖੜੇ ਨੇ, ਕਲਗੀਧਰ ਜੀ ਖੜੇ ਨੇ, ਉੱਥੇ ਨਾਲ ਇੱਕ ਬੜੀ ਵੱਡੀ ਰਚਨਾ ਉਹਨਾਂ ਨੂੰ ਨਜ਼ਰ ਆਈ। ਲੱਖੋਂ ਹੀ ਦਲ ਚੜੇ ਨਿਹਾਰੇ। ਲੱਖਾਂ ਹੀ ਫੌਜਾਂ ਘੋੜਿਆਂ ਤੇ ਚੜੀਆਂ ਹੋਈਆਂ, ਨੀਲਿਆਂ ਬਾਣਿਆਂ ਵਾਲੀਆਂ, ਉਹ ਸਾਰੀਆਂ ਸਿੰਘਾਂ ਨੂੰ ਆਪਣੇ ਨਾਲ ਨਜ਼ਰੀ ਆਈਆਂ। ਲੱਖਾਂ ਹੀ ਫੌਜਾਂ, ਨੀਲੇ ਬਾਣਿਆਂ ਵਾਲੇ, ਵੱਡਿਆਂ ਵੱਡਿਆਂ ਦਮਾਲਿਆਂ ਵਾਲੇ, ਚੰਦ ਤੋੜਿਆਂ ਚੱਕਰਾਂ ਵਾਲੇ, ਸ਼ਸਤਰ ਧਾਰੀ ਸਿੰਘ ਫੌਜਾਂ, ਉਹ ਸਿੰਘਾਂ ਨੂੰ ਆਪਣੇ ਨਾਲ ਨਜ਼ਰੀ ਆਈਆਂ। ਅਨੇਕ ਰੀਤ ਕੇ ਆਯੁਧ ਧਾਰੇ। ਔਰ ਉਹਨਾਂ ਕੋਲ ਅਨੇਕਾਂ ਰੀਤੀਆਂ ਦੇ ਸ਼ਸਤਰ ਨੇ। ਇੱਕ ਇੱਕ ਸਿੰਘ ਕੋਲ ਕਈ ਕਈ ਪ੍ਰਕਾਰ ਦੇ ਵਧੀਆ ਸ਼ਸਤਰ ਹਨ। ਜਿੰਨੇ ਵੀ ਉਹ ਸ਼ਹੀਦੀ ਫੌਜਾਂ ਨੇ ਖਾਲਸਾ ਜੀ, ਇਸੇ ਸ਼ਹੀਦੀ ਫੌਜਾਂ ਨੂੰ ਕਿਹਾ 96 ਕਰੋੜੀ ਖਾਲਸਾ ਪੰਥ। ਉਹ 96 ਕਰੋੜੀ ਖਾਲਸਾ ਪੰਥ ਖਾਲਸੇ ਦੇ ਨਾਲ ਹੈ, ਅੰਗ ਸੰਗ ਹੈ। ਇਤਕ ਤੁਰੰਗਨ ਪਰ ਚੜ ਰਹੇ। ਔਰ ਕਈ ਸਿੰਘ ਪੈਦਲ ਨੇ ਔਰ ਕਈ ਘੋੜਿਆਂ ਤੇ ਸਵਾਰ ਹਨ। ਤਨੁਖ ਤੁਪਕ ਅਸ ਢਾਲਨ ਗਏ। ਕਿਸੇ ਦੇ ਹੱਥ ਵਿੱਚ ਬੰਦੂਕ ਹੈ, ਕਿਸੇ ਦੇ ਹੱਥ ਵਿੱਚ ਢਾਲ ਤਲਵਾਰ ਫੜੀ ਹੋਈ ਹੈ, ਕਿਸੇ ਨੇ ਤੀਰ ਕਮਾਨ ਫੜਿਆ ਹੋਇਆ, ਕਿਸੇ ਨੇ ਨੇਜਾ ਬਰਛਾ ਫੜਿਆ ਹੋਇਆ। ਪੈਦਲ ਕੇਤਕ ਹੈ ਸਾਵਧਾਨੀ। ਕਈ ਪੈਦਲ ਖੜੇ ਨੇ ਸਿੰਘ ਔਰ ਸਾਵਧਾਨ ਹੋ ਕੇ ਲੜਾਈ ਕਰਨ ਵਾਸਤੇ ਤਿਆਰ ਬਰ ਤਿਆਰ ਹਨ। ਏਤ ਜੰਗ ਕੇ ਰਿਸ ਉਰਠਾਨੇ। ਔਰ ਜੰਗ ਲੜਨ ਵਾਸਤੇ ਬੜੇ ਭਾਰੀ ਵੀਰ ਰਸ ਵਿੱਚ ਖੜੇ ਨੇ ਸਾਰੇ ਸਿੰਘ। ਪੌਹਾਂ ਚੜੀਆਂ ਹੋਈਆਂ ਨੇ, ਬੜੇ ਵੀਰ ਰਸ ਦਾ ਰੂਪ ਬਣੇ ਹੋਏ ਨੇ। ਧੂਲ ਰੇਤ ਬਾਰੂਦ ਦਿਖਾਈ। ਔਰ ਉਹਨਾਂ ਕੋਲ ਬੜਾ ਬਾਰੂਦ ਹੈ, ਧੂੜ ਰੇਤ ਮਿੱਟੀ ਦੀਆਂ ਬੁੱਕਾਂ ਉਹਨਾਂ ਨੇ ਭਰੀਆਂ ਹੋਈਆਂ ਨੇ ਕਿ ਜਦੋਂ ਦੁਸ਼ਮਣ ਦਲ ਚੜ ਕੇ ਆਵੇਗਾ ਇਹੀ ਉਹਨਾਂ ਦੇ ਸਿਰ ਵਿੱਚ ਪਾਉਣੀ ਹੈ। ਗੁਲਕਾਂ ਜੇ ਪਾਥਰ ਸਮੁਦਾਈ। ਪੱਥਰ ਫੜੇ ਹੋਏ ਨੇ ਬੜੇ ਬੜੇ ਵੱਡੇ, ਗੋਲੀਆਂ ਫੜੀਆਂ ਹੋਈਆਂ ਬੰਦੂਕਾਂ ਦੇ ਵਿੱਚ ਪਾਉਣ ਵਾਲੀਆਂ। ਤਰਕਸ਼ ਤੀਰ ਭਰੇ ਦਿਸੇ ਆਵੇ। ਪੱਥੇ ਭਰੇ ਹੋਏ ਨੇ ਤੀਰਾਂ ਦੇ, ਵੱਡੇ ਵੱਡੇ ਤੋਪਾਂ ਦੇ ਗੋਲੇ ਵੀ ਉਹਨਾਂ ਦੇ ਕੋਲ ਹਨ। ਚਾਹਤ ਹੈ ਅਬ ਜੰਗ ਮਚਾਵੇ। ਉਹ ਚਾਹੁੰਦੇ ਨੇ ਗੁਰੂ ਸਾਹਿਬ ਦਾ ਇਸ਼ਾਰਾ ਔਰ ਜੰਗ ਦੇ ਮੈਦਾਨ ਵਿੱਚ ਆਉਂਦੇ ਹੋਏ ਦੁਸ਼ਮਣ ਨਾਲ ਲੜਨਾ ਚਾਹੁੰਦੇ ਹਨ। ਵੇਖਣ ਵਾਲੇ ਵੇਖਣਗੇ ਕਿ ਕੇਵਲ 500 ਲੜ ਰਹੇ ਨੇ, ਪਰ ਉਹਨਾਂ 500 ਸਿੰਘਾਂ ਵਿੱਚ ਇਹਨਾਂ ਲੱਖਾਂ ਸ਼ਹੀਦਾਂ ਦੀ ਸ਼ਕਤੀ ਨਾਲ ਵਰਤਣੀ ਹੈ। ਦੇਖ ਦੇਖ ਸਭ ਸਿੰਘ ਆਨੰਦੇ। ਜਦੋਂ ਸਿੰਘਾਂ ਨੇ ਨੇਤਰ ਮੁੰਦ ਕੇ ਸਾਰੀਆਂ ਫੌਜਾਂ ਦੇ ਦਰਸ਼ਨ ਕੀਤੇ ਨਾ, ਸਾਰੇ ਆਨੰਦ ਨਾਲ ਭਰ ਗਏ, ਖੇੜੇ ਨਾਲ ਭਰ ਗਏ। ਆਖਿਆ ਮਹਾਰਾਜ ਇਹ ਤਾਂ ਬਿਲਕੁਲ ਹੀ ਥੋੜੇ ਨੇ ਸਾਡੇ ਸਾਹਮਣੇ, ਜਿੰਨੀ ਫੌਜ ਸਾਡੇ ਨਾਲ ਹੈ ਮਹਾਰਾਜ, ਇਹ ਤਾਂ ਮਹਾਰਾਜ ਸਾਡੇ ਸਾਹਮਣੇ ਆਟੇ ਵਿੱਚ ਲੂਣ ਦੇ ਸਮਾਨ ਹਨ। ਚੈਤ ਜੰਗ ਦੋਨੋਂ ਕਰ ਬੰਦੇ। ਦੋਵੇਂ ਹੱਥ ਜੋੜ ਲਏ ਸਿੰਘਾਂ ਨੇ, ਜੰਗ ਚਾਉਣ ਵਾਸਤੇ ਤਿਆਰ ਬਰ ਤਿਆਰ ਹੋ ਗਏ। ਮਸਤਕ ਟੇਕ ਚਮਕ ਕਰ ਪੜੇ। ਮਹਾਰਾਜ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ
ਚਮਕ ਕੇ ਦਾ ਮਤਲਬ ਹੁੰਦਾ ਹੈ ਵੀਰ ਰਸ ਦੇ ਵਿੱਚ ਭਰੇ ਹੋਏ ਦੁਸ਼ਮਣ ਦਲ ਤੇ ਟੁੱਟ ਕੇ ਪੈ ਗਏ ਸਿੰਘ। ਸ਼ਸਤਰਨ ਸਾਥ ਸਮੁਖ ਹੋਏ ਲੜੇ, ਸ਼ਸਤਰ ਪਕੜ ਕੇ ਸਨਮੁਖ ਹੋ ਕੇ ਵੈਰੀ ਦਲ ਨਾਲ ਲੜਨ ਲੱਗੇ। ਖੁਸ਼ੀ ਹੋਏ ਕਰ ਸ਼ਸਤਰ ਚਲਾਏ, ਔਰ ਬੜੇ ਖੁਸ਼ ਹੋ ਕੇ ਸ਼ਸਤਰ ਚਲਾਉਂਦੇ ਹਨ। ਤਨ ਬਨ ਕੈ ਗੁਲ ਕਾਂਬਰ ਖਾਏ, ਔਰ ਗੋਲੀਆਂ ਚਲਾਉਂਦੇ ਨੇ। ਚਲਾਉਣ ਵਾਲੇ ਸਿੰਘ ਗੋਲੀਆਂ ਥੋੜੀਆਂ ਨੇ, ਪਰ ਜਦੋਂ ਚੱਲ ਕੇ ਦੁਸ਼ਮਣਾਂ ਤੱਕ ਪਹੁੰਚਦੀਆਂ ਨੇ ਜਾ ਕੇ ਅਣਗਿਣਤੀ ਹੋ ਜਾਂਦੀਆਂ ਨੇ। ਉਹ ਨਾਲ ਸ਼ਹੀਦੀ ਫੌਜਾਂ ਵੀ ਆ ਕੇ ਹਾਜ਼ਰ ਹੋ ਰਹੀਆਂ ਹਨ। ਇੱਕ ਰੋੜੀ ਪਰ ਸਤਗੁਰ ਬੈਸੇ, ਕਲਗੀਧਰ ਸੁਆਮੀ ਇੱਕ ਉੱਚੇ ਟਿੱਬੇ ਦੇ ਉੱਤੇ ਬਹਿ ਗਏ ਨੇ, ਵੇਖ ਰਹੇ ਨੇ ਆਪਣੇ ਖਾਲਸੇ ਵੱਲ, ਔਰ ਆਪਣੀ ਦ੍ਰਿਸ਼ਟੀ ਦੇ ਨਾਲ ਖਾਲਸੇ ਵਿੱਚ ਆਪਣੀ ਸ਼ਕਤੀ ਦਾ ਸੰਚਾਰ ਕਰਦੇ ਨੇ। ਗੁਰਦੇਵ ਖਾਲਸੇ ਵੱਲ ਵੇਖਦੇ ਨੇ, ਔਰ ਖਾਲਸੇ ਵੱਲ ਵੇਖ ਕੇ ਆਪਣੀ ਸ਼ਕਤੀ ਜਿਹੜੀ ਸੈਂਕੜੇ ਯੁੱਗਾਂ ਵਿੱਚ ਸਾਧਨਾ ਕਰਕੇ ਗੁਰਦੇਵ ਨੇ ਪ੍ਰਗਟ ਕੀਤੀ ਹੈ, ਉਹ ਆਪਣੇ ਖਾਲਸੇ ਵਿੱਚ ਭਰਦੇ ਹਨ। ਔਰ ਦੁਸ਼ਮਣ ਦਲ ਜਦੋਂ ਉਸ ਵੱਲ ਵੇਖਦੇ ਨੇ ਤਾਂ ਉਹਨਾਂ ਦੀ ਸ਼ਕਤੀ ਦਾ ਪਤਨ ਹੁੰਦਾ ਹੈ, ਉਹਨਾਂ ਦੇ ਹੌਸਲੇ ਢਹਿੰਦੇ ਹਨ। ਦੇਖੇ ਜੰਗ ਪਰਿਓ ਵੱਡ ਜੈਸੇ, ਸਤਿਗੁਰੂ ਸੱਚੀ ਪਾਤਸ਼ਾਹ ਜੀ ਜੰਗ ਦਾ ਮੈਦਾਨ ਵੇਖਦੇ ਨੇ ਜਿਵੇਂ ਭਿਆਨਕ ਘਣਾ ਯੁੱਧ ਹੋ ਰਿਹਾ ਹੈ। ਏਕ ਏਕ ਸਿੱਖ ਪਰ ਪਿਖ ਤਾਏ, ਇੱਕ ਇੱਕ ਸਿੱਖ ਦੇ ਉੱਤੇ ਸੈਂਕੜਿਆਂ ਦੀ ਗਿਣਤੀ 'ਚ ਦੁਸ਼ਮਣਾਂ ਦੇ ਸੂਰਮੇ ਚੜ ਕੇ ਆਉਂਦੇ ਹਨ। ਸੋ ਸੋ ਤੁਰਤ ਹੰਕਾਰ ਤੇ ਆਏ, ਇੱਕ ਇੱਕ ਸਿੰਘ ਦੇ ਉੱਤੇ 100 ਮਲੇਛ ਆਉਂਦੇ ਨੇ ਚੜ ਕੇ ਬੜੇ ਹੰਕਾਰ ਵਿੱਚ। ਤੁਪਕ ਤੀਰ ਤਰਵਾਰ ਕਟਾਰੀ, ਔਰ ਅੱਗੋਂ ਕੋਈ ਬੰਦੂਕ ਲੈ ਕੇ ਆਉਂਦਾ, ਕੋਈ ਤਲਵਾਰ ਲੈ ਕੇ ਆਉਂਦਾ ਤੇ ਕੋਈ ਨੇਜਾ ਬਰਛਾ ਲੈ ਕੇ ਆਉਂਦਾ। ਮਚੀ ਮਾਰ ਭੀਮਾ ਇੱਕ ਸਾਰੀ, ਕਹਿੰਦੇ ਬੜੀ ਭਿਆਨਕ ਮਾਰ ਇੱਕ ਸਾਰ ਰਣ ਭੂਮੀ ਵਿੱਚ ਮਚੀ ਹੈ। ਗਿਰ ਗਿਰ ਪਰੇ ਕਾਏ ਕੋ ਖੈ ਕੇ, ਡਿੱਗ ਰਹੇ ਨੇ ਸੂਰਮੇ ਘਾਇਲ ਹੋ ਕੇ, ਜ਼ਖਮੀ ਹੋ ਕੇ। ਸ਼੍ਰੋਣਤ ਸੰਗ ਲਿਪਤ ਤਨ ਹੋਏ ਕੈ, ਜਦੋਂ ਡਿੱਗਦੇ ਨੇ ਲਹੂ ਨਾਲ ਸਾਰਾ ਸਰੀਰ ਗਹਿ ਗੱਚ ਹੋ ਜਾਂਦਾ ਹੈ, ਸਰੀਰ ਤੇ ਪਾਏ ਹੋਏ ਕੱਪੜੇ ਲਹੂ ਦੇ ਚਿੱਕੜ ਨਾਲ ਭਿੱਜ ਜਾਂਦੇ ਹਨ। ਕਬਿਤ ਰਣ ਸਿੰਘ ਸ਼ਾਮ ਸਿੰਘ ਵੀਰ ਸਿੰਘ ਦਇਆ ਸਿੰਘ, ਸਤਿਗੁਰੂ ਜੀ ਵੱਲੋਂ ਲੜ ਰਹੇ ਸਿੰਘਾਂ ਦੇ ਨਾਂ ਦੱਸਦੇ ਨੇ ਮਹਾਕਵੀ ਭਾਈ ਸੰਤੋਖ ਸਿੰਘ ਜੀ। ਕਿਹੜੇ ਕਿਹੜੇ ਸਿੰਘ ਲੜ ਰਹੇ ਨੇ ਰਣ ਭੂਮੀ ਵਿੱਚ, ਸੁਣੋ ਉਹਨਾਂ ਦੇ ਨਾਮ। ਭਾਈ ਰਣ ਸਿੰਘ ਜੀ, ਭਾਈ ਸ਼ਿਆਮ ਸਿੰਘ ਜੀ, ਭਾਈ ਵੀਰ ਸਿੰਘ ਜੀ। ਸੂਰਮਾ ਧਰਮ ਸਿੰਘ ਤਾਇਓ ਕਰ ਹੇਲ ਕੋ, ਪਿਆਰੇ ਭਾਈ ਦਇਆ ਸਿੰਘ ਜੀ। ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ ਸਿੰਘ ਬਣ ਕੇ ਹੀ, ਸਿੰਘ ਦਾ ਨਾਮ ਹੁੰਦਾ ਸ਼ੇਰ ਦਾ, ਕਹਿੰਦੇ ਸ਼ੇਰ ਦੇ ਸਮਾਨ ਦੁਸ਼ਮਣ ਦੇ ਦਲ ਉੱਤੇ ਹੱਲਾ ਕਰਕੇ ਪੈਂਦੇ ਹਨ। ਸਾਹਿਬ ਸਿੰਘ ਦੇਵਾ ਸਿੰਘ ਔਰ ਭਾਈ ਟੇਕ ਸਿੰਘ, ਭਾਈ ਸਾਹਿਬ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਔਰ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਟੇਕ ਸਿੰਘ ਜੀ। ਰਾਮ ਸਿੰਘ ਹਰੀ ਸਿੰਘ ਬਾਜੀ ਦੀਨ ਪੇਲ ਕੋ, ਭਾਈ ਰਾਮ ਸਿੰਘ ਜੀ, ਭਾਈ ਹਰੀ ਸਿੰਘ ਜੀ। ਇਹਨਾਂ ਵੀ ਆਪਣੇ ਘੋੜੇ ਪੇਲੇ ਨੇ। ਪੇਲ ਕੇ ਦਾ ਮਤਲਬ ਹੁੰਦਾ ਕਿ ਟੋਰ ਕੇ ਘੋੜਿਆਂ ਨੂੰ, ਉਹਨਾਂ ਨੂੰ ਅੱਡੀ ਲਾ ਕੇ ਅੱਗੇ ਲਾ ਕੇ ਜੰਗ ਦੇ ਮੈਦਾਨ 'ਚ ਪਹੁੰਚੇ ਹਨ। ਮੋਕਮ ਸਿੰਘ ਤੰਨਾ ਸਿੰਘ ਆ ਰਹੇ ਧਿਆਨ ਸਿੰਘ, ਭਾਈ ਮੋਕਮ ਸਿੰਘ ਜੀ, ਭਾਈ ਧੰਨਾ ਸਿੰਘ ਜੀ, ਭਾਈ ਧਿਆਨ ਸਿੰਘ ਜੀ। ਗਿਆਨ ਸਿੰਘ ਮਾਨ ਸਿੰਘ ਰੋਰ ਵੱਡ ਮੇਲ ਕੋ, ਭਾਈ ਸਾਹਿਬ ਭਾਈ ਗਿਆਨ ਸਿੰਘ ਜੀ, ਭਾਈ ਸਾਹਿਬ ਭਾਈ ਮਾਨ ਸਿੰਘ ਜੀ, ਨਿਹੰਗ ਸਿੰਘ। ਇਹ ਸਾਰੇ ਜੰਗ ਦੇ ਮੈਦਾਨ ਵਿੱਚ ਮਾਰ ਲਓ ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ, ਇਹ ਜਕਾਰੇ ਗਜਾਉਂਦਿਆਂ ਰਣ ਭੂਮੀ ਵਿੱਚ ਬੈਰੀਆਂ ਤੇ ਪੈ ਰਹੇ ਹਨ। ਮਾਰ ਮਾਰ ਕਾਹੇ ਯਾਰ ਮਾਰ ਮਾਰ ਗੇਰੇ ਸਿੰਘ, ਕਹਿੰਦੇ ਮਾਰ ਦਿਓ ਏਦਾਂ ਕਹਿ ਕੇ ਜਾਂਦੇ ਨੇ, ਕਹਿੰਦੇ ਹੀ ਨਹੀਂ, ਜਦੋਂ ਜਾਂਦੇ ਨੇ ਮਾਰ ਮਾਰ ਕੇ ਸੁੱਟੀ ਵੀ ਜਾਂਦੇ ਨੇ ਦੁਸ਼ਮਣਾਂ ਨੂੰ। ਮੂੰਹ ਤੋਂ ਕਹਿੰਦੇ ਆ ਮਾਰ ਦਿਓ ਇਹਨਾਂ ਮਲੇਛਾਂ ਨੂੰ, ਮੁਕਾ ਦਿਓ ਇਹਨਾਂ ਨੂੰ, ਏਦਾਂ ਕਹਿ ਕੇ ਜਾਂਦੇ ਤੇ ਨਾਲ ਹੀ ਮਾਰ ਕੇ ਸੁੱਟਦੇ ਹਨ।
ਇਹਨਾਂ ਮਲੇਛਾਂ ਨੂੰ। ਵਦਤ ਆਗੇ ਰਹਿ ਪੈ ਪਿੱਛੇ ਰੇ ਜਿਮ ਖੇਲ ਕੋ। ਔਰ ਕਹਿੰਦੇ ਅੱਗੇ ਵਧਦੇ ਨੇ, ਅੱਗੇ ਵਧਦਿਆਂ ਕਈ ਵਾਰ ਪਿੱਛੇ ਵੀ ਆਉਣਾ ਪੈਂਦਾ ਜੰਗ ਦੇ ਮੈਦਾਨ ਵਿੱਚ। ਕਹਿੰਦੇ ਜਿਵੇਂ ਸੌਂਚੀ ਪਹਿਲਾਂ ਪੁਰਾਣੇ ਸਮੇਂ 'ਚ ਸੌਂਚੀ ਦੀ, ਜਿਵੇਂ ਅੱਜ ਕੱਲ ਕਬੱਡੀ ਹੁੰਦੀ ਹੈ ਨਾ, ਏਦਾਂ ਸੌਂਚੀ ਦੀ ਖੇਡ ਹੁੰਦੀ ਸੀ ਵੀ ਕਦੇ ਏਦਾਂ ਹਾਲਾ ਕਰਕੇ ਉੱਤੇ ਵੱਧ ਕੇ ਜਾਣਾ, ਕਦੇ ਫੇਰ ਪਿੱਛੇ ਨੂੰ ਆਉਣਾ। ਕਹਿੰਦੇ ਇਸ ਪ੍ਰਕਾਰ ਨਾਲ ਸਿੰਘ ਜਾਂਦੇ ਐ ਮਾਨੋ ਜਿਵੇਂ ਸੌਂਚੀ ਖੇਡ ਰਹੇ ਹੋਣ। ਦੋਹਰਾ ਸੈਦ ਬੇਗ ਗੈ ਸ਼ਸਤਰ ਕੋ, ਵਦਿਓ ਅਗਰ ਰਣ ਮਾਏ। ਇਧਰ ਗੁਰੂ ਸਾਹਿਬ ਜੀ ਦਾ ਮੁਰੀਦ ਭਾਈ ਸੈਦ ਬੇਗ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕੇ ਇਹ ਜੰਗ ਦੇ ਮੈਦਾਨ ਵਿੱਚ ਆਪਣੇ ਸ਼ਸਤਰ ਲੈ ਕੇ ਅੱਗੇ ਵਧੇ ਹਨ। ਹਰੀ ਚੰਦ ਗਿਰਪਤੀ ਕੋ ਮੀਆਂ ਸੰਗਿਆ ਜਾਏ। ਉਧਰ ਪਹਾੜੀ ਰਾਜਿਆਂ ਦੇ ਵਿੱਚ ਇੱਕ ਰਾਜਾ ਸੀ ਹਰੀ ਚੰਦ, ਇਹਨੂੰ ਮੀਆਂ ਕਿਹਾ ਜਾਂਦਾ ਸੀ, ਇਹਦੀ ਸੰਗਿਆ ਸੀ ਮੀਆਂ। ਹਰੀ ਚੰਦ ਮੀਆਂ ਕਹਿ ਕੇ ਇਹਨੂੰ ਬੁਲਾਇਆ ਜਾਂਦਾ ਸੀ। ਮੀਆਂ ਇਹਦੀ ਸੰਗਿਆ ਹੈ। ਉਹ ਦੁਸ਼ਮਣ ਦਲ ਵਾਲੇ ਪਾਸਿਓਂ ਆਇਆ। ਇਧਰੋਂ ਭਾਈ ਸੈਦ ਬੇਗ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਗਏ ਹਨ। ਜੋ ਪਈ ਪਟੇ ਬਾਜ ਦੋਨੋਂ ਵੱਡ ਜੋਦੇ। ਭਾਈ ਸੈਦ ਬੇਗ ਨੇ ਮੀਆਂ ਹਰੀ ਚੰਦ ਨੂੰ ਉਸੇ ਵਕਤ ਜਾ ਕਰਕੇ ਸਾਹਮਣੇ ਹੋ ਕੇ ਵੰਗਾਰਿਆ। ਕਹਿੰਦੇ ਠਹਿਰੋ ਮੀਆਂ ਹਰੀ, ਮੇਰੇ ਨਾਲ ਆ ਕੇ ਦੋ ਹੱਥ ਕਰ। ਭਾਈ ਸੈਦ ਬੇਗ ਜੀ ਗੁਰੂ ਸਾਹਿਬ ਜੀ ਵੱਲੋਂ ਲੜ ਰਹੇ ਨੇ। ਜਿਹੜਾ ਦੁਸ਼ਮਣ ਆਇਆ ਉਹਦਾ ਨਾਮ ਵੀ ਸੈਦੇ ਖਾਨ ਹੈ। ਇਹ ਸੈਦ ਬੇਗ ਹੈ, ਉਹ ਸੈਦੇ ਖਾਨ ਹੈ ਜਿਹੜਾ ਜਰਨੈਲ ਚੜ੍ਹ ਕੇ ਆਇਆ 1.25 ਲੱਖ ਫੌਜ ਲੈ ਕੇ। ਸੈਦ ਬੇਗ ਜੀ ਅੱਗੇ ਆ ਕੇ ਵੰਗਾਰਦੇ ਨੇ ਹਰੀ ਚੰਦ ਮੀਆਂ ਨੂੰ, ਤੇ ਦੋਵੇਂ ਸੂਰਮੇ ਪਟੇਬਾਜੀ ਵਿਦਿਆ ਵਿੱਚ ਨਿਪੁੰਨ। ਪਟੇਬਾਜੀ ਦੀ ਵਿਦਿਆ ਕਿਹੜੀ ਹੁੰਦੀ? ਤਲਵਾਰ ਤੇ ਢਾਲ ਦੀ ਵਿਦਿਆ, ਇਹਨੂੰ ਪਟੇਬਾਜੀ ਦੀ ਵਿਦਿਆ ਕਹਿੰਦੇ ਆ। ਦੋਵੇਂ ਬੜੇ ਸੂਰਮੇ ਸਨ, ਦੋਵੇਂ ਪਟੇਬਾਜ਼ ਨੇ। ਦੋਨਾਂ ਨੂੰ ਢਾਲ ਤੇ ਤਲਵਾਰ ਚਲਾਉਣ ਵਿੱਚ ਮਹਾਰਤ ਪ੍ਰਾਪਤ ਹੈ। ਭਇਓ ਪੇੜ ਸਨਮੁਖ ਔਰ ਕ੍ਰੋਧੇ। ਦੋਵੇਂ ਆਮੋ ਸਾਹਮਣੇ ਹੋਏ, ਕ੍ਰੋਧ ਵਿੱਚ ਭਰੇ ਹੋਏ, ਇੱਕ ਦੂਜੇ ਨੂੰ ਕਰੂਰ ਭਰੀ ਦ੍ਰਿਸ਼ਟੀ ਨਾਲ ਵੇਖਦੇ ਹਨ। ਖੜਗ ਸਿਪਰ ਦੋਨੋਂ ਕਰ ਤਾਰੀ। ਦੋਨਾਂ ਦੇ ਹੱਥ ਵਿੱਚ ਢਾਲ ਤੇ ਤਲਵਾਰ ਹੈ। ਭਾਂਤ ਅਨੇਕ ਘਾਤ ਬਿਸਤਾਰੀ। ਕਈ ਤਰ੍ਹਾਂ ਦੇ ਦਾ ਜਾਣਦੇ ਨੇ ਢਾਲ ਤਲਵਾਰ ਦੇ, ਕਿ ਢਾਲ ਕਿਵੇਂ ਅੱਗੇ ਕਰਨੀ ਹੈ, ਤਲਵਾਰ ਦਾ ਵਾਰ ਅੱਗੇ ਕਿਵੇਂ ਕਰਨਾ ਹੈ, ਕਿਵੇਂ ਰੋਕਣਾ, ਏਦਾਂ ਦੇ ਦਾ ਪੇਚ ਜਾਣਨ ਵਾਲੇ ਹਨ। ਬਾਮ ਦਾਹਨੇ ਪਾਛੇ ਆਗੇ। ਹੋ ਗਏ ਆਮੋ ਸਾਹਮਣੇ। ਥੱਲੇ ਕਹਿੰਦੇ ਪੱਬਾਂ ਤੇ ਹੋ ਕੇ ਲੜੀਏ, ਤੇ ਕਹਿੰਦੇ ਆਮੋ ਸਾਹਮਣੇ ਹੋ ਕੇ ਪੈਂਤਰੇ ਦੇ ਉੱਤੇ ਕਦੇ ਸੱਜੇ ਕਦੇ ਖੱਬੇ ਹੁੰਦੇ ਨੇ। ਦਾ ਤੱਕਦੇ ਨੇ ਵਾਰ ਕਰਨ ਦਾ। ਦੋਵੇਂ ਆਮੋ ਸਾਹਮਣੇ, ਅੱਖਾਂ ਵਿੱਚ ਅੱਖਾਂ ਪਾਈਆਂ ਹੋਈਆਂ ਨੇ, ਨੇਤਰਾਂ 'ਚ ਨੇਤਰ ਪਾਏ ਹੋਏ, ਅੱਖਾਂ ਦੋਨਾਂ ਦੀਆਂ ਚੜੀਆਂ ਹੋਈਆਂ, ਲਾਲ ਸੁਰਖ ਨੇ, ਭੌਹਾਂ ਚੜੀਆਂ ਹੋਈਆਂ, ਕਰੂਰਤਾ ਨਾਲ ਇੱਕ ਦੂਜੇ ਵੱਲ ਵੇਖਦੇ ਨੇ, ਦਾ ਤੱਕਦੇ ਹਨ। ਵਿਚਰਤ ਦਾਵ ਕਰਨ ਬਹੁ ਲਾਗੇ। ਵਿਚਰਦੇ ਨੇ, ਕਦੇ ਸੱਜੇ ਕਦੇ ਖੱਬੇ ਹੁੰਦੇ ਨੇ ਪੈਂਤਰੇ ਦੇ ਉੱਤੇ ਹੀ। ਪੈਂਤਰਾ ਹੁੰਦਾ ਜੰਗ ਦੇ ਮੈਦਾਨ ਵਿੱਚ, ਉਹ ਪੈਂਤਰੇ ਦੇ ਉੱਤੇ ਜਿਹੜਾ ਸੂਰਮਾ ਹੁੰਦਾ ਕਦੇ ਮਾਰ ਨਹੀਂ ਖਾਂਦਾ। ਪੈਂਤਰੇ ਵਿੱਚ ਪੱਕੇ ਸਨ, ਪੈਂਤਰੇ ਦੇ ਉੱਤੇ ਸੱਜੇ ਖੱਬੇ ਹੁੰਦੇ ਤੇ ਦਾ ਤੱਕਦੇ ਨੇ। ਸਤਿਗੁਰ ਆਦਿਕ ਪਿਖੇ ਤਮਾਸ਼ਾ। ਇੱਕ ਵਾਰ ਬਾਕੀ ਸਾਰੇ ਠਹਿਰ ਗਏ ਤੇ ਇਹਨਾਂ ਦੋਨਾਂ ਦਾ ਤਮਾਸ਼ਾ ਵੇਖਣ ਲੱਗੇ। ਕਹਿੰਦੇ ਬਾਕੀ ਰੁਕ ਜਾਓ, ਹੁਣ ਇਹਨਾਂ ਦੋਨਾਂ ਦੀ ਲੜਾਈ ਵੇਖੀਏ। ਪਹਾੜੀ ਰਾਜਿਆਂ ਵੱਲੋਂ ਹੈ ਹਰੀ ਚੰਦ ਮੀਆਂ, ਔਰ ਇਧਰੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਹੈ ਭਾਈ ਸੈਦ ਬੇਗ। ਸਤਿਗੁਰ ਆਦਿਕ ਪਿਖੇ ਤਮਾਸ਼ਾ। ਸਤਿਗੁਰੂ ਜੀ ਦੇ ਸਮੇਤ ਸਾਰੇ ਸਿੰਘ ਤਮਾਸ਼ਾ ਵੇਖ। ਤਮਾਸ਼ਾ ਹੀ ਇੱਕ ਪ੍ਰਕਾਰ ਦਾ, ਕਹਿੰਦੇ ਵੇਖਦੇ ਨੇ ਦੋਨਾਂ ਸੂਰਮਿਆਂ ਦੀ ਵਿਦਿਆ ਨੂੰ। ਦੋਨੋਂ ਜੈ ਚਹਿ ਕਰਤ ਬਿਨਾਸ਼ਾ। ਦੋਵੇਂ ਜਿੱਤ ਚਾਹੁੰਦੇ ਨੇ। ਇਧਰੋਂ ਸੈਦ ਬੇਗ ਚਾਹੁੰਦਾ ਮੈਂ ਜਿੱਤ ਜਾਵਾਂ, ਉਧਰੋਂ ਪਹਾੜੀ ਰਾਜਾ ਹਰੀ ਚੰਦ ਮੀਆਂ ਚਾਹੁੰਦਾ ਮੈਂ ਜਿੱਤ ਜਾਵਾਂ। ਉਹ ਕਹਿੰਦਾ ਮੈਂ ਇਹਨੂੰ ਮਾਰ ਦਿਆਂ,
ਉਹ ਕਹਿੰਦਾ ਮੈਂ ਇਸ ਨੂੰ ਮਾਰ ਦਿਆਂ। ਏਦਾਂ ਖੜੇ ਨੇ ਆਮੋ ਸਾਹਮਣੇ। ਏਕ ਪ੍ਰਹਾਰੇ ਦੁਤੀ ਬਚਾਵੇ। ਇੱਕ ਵਾਰ ਕਰਦਾ ਦੂਜਾ ਆਪਣਾ ਆਪ ਬਚਾ ਲੈਂਦਾ, ਇਧਰੋਂ ਵਾਰ ਕਰਦਾ ਤਾਂ ਉਹ ਆਪਣਾ ਆਪ ਬਚਾ ਲੈਂਦਾ। ਆਡੇ ਸਿਪਰ ਕਿਰਪਾਨ ਚਲਾਵੇ। ਔਰ ਢਾਲ ਦਾ ਆਸਰਾ ਲੈ ਕੇ ਆਪਣੀ ਤਲਵਾਰ ਚਲਾਉਂਦੇ ਨੇ। ਦਾਵ ਅਨਿਕ ਕਰ ਯੁੱਧ ਮਚਾਇਓ। ਕਈ ਤਰ੍ਹਾਂ ਦੇ ਦਾਅ ਤੱਕੇ, ਕਦੇ ਉੱਪਰੋਂ ਦੀ ਤਲਵਾਰ ਵਿਖਾ ਕੇ ਥੱਲਿਓਂ ਵਾਰ ਕਰਦੇ ਨੇ, ਥੱਲਿਓਂ ਵਿਖਾ ਕੇ ਉੱਪਰੋਂ ਵਾਰ ਕਰਦੇ ਨੇ। ਪੂਰਾ ਦਾਅ ਖੇਡਦੇ ਨੇ ਇੱਕ ਦੂਜੇ ਦੇ। ਇੱਕ ਵਾਰੀ ਹੰਭਾਉਂਦੇ ਨੇ ਵੀ ਕਿਸੇ ਦਾ ਤਾਂ ਹੰਬੇਗਾ, ਸਾਹ ਟੁੱਟੇਗਾ ਤੇ ਕਾਬੂ ਵਿੱਚ ਆਵੇਗਾ, ਦਾਅ ਥੱਲੇ ਆਵੇਗਾ। ਕਟੇ ਅੰਗ ਨੇ ਥਾਉ ਛੁਟਾਇਓ। ਕਹਿੰਦੇ ਹਾਲੇ ਲੜ ਰਹੇ ਨੇ, ਆਪਣੀ ਜਗ੍ਹਾ ਛੱਡ ਕੇ ਪਿੱਛੇ ਨਹੀਂ ਹਟਦੇ। ਸੈਦ ਬੇਗ ਤਵ ਖੜਗ ਪ੍ਰਹਾਰਾ। ਕਹਿੰਦੇ ਇੱਕ ਵਾਰ ਹਰੀ ਚੰਦ ਨੇ ਤਲਵਾਰ ਦਾ ਵਾਰ ਕੀਤਾ ਤੇ ਤਲਵਾਰ ਦੇ ਵਾਰ ਤੋਂ ਆਪਣਾ ਆਪ ਬਚਾ ਕੇ ਥੋੜਾ ਜਿਹਾ ਜ਼ਖਮ ਲੱਗਾ ਭਾਈ ਸੈਦ ਬੇਗ ਜੀ ਨੂੰ, ਆਪਣੀ ਥਾਂ ਨਹੀਂ ਛੱਡੀ। ਫਿਰ ਸੈਦ ਬੇਗ ਨੇ ਆਪਣਾ ਵਾਰ ਕੀਤਾ। ਹਰੀ ਚੰਦ ਗੈ ਸਿਪਰ ਸਹਾਰਾ। ਹਰੀ ਚੰਦ ਨੇ ਭਾਈ ਸੈਦ ਬੇਗ ਵੱਲੋਂ ਕੀਤਾ ਤਲਵਾਰ ਦਾ ਵਾਰ, ਆਪਣੀ ਢਾਲ ਦੇ ਉੱਤੇ ਰੋਕ ਲਿਆ। ਭਾਵ ਬਚਾਏ ਸੋ ਆਪ ਚਲਾਇਓ। ਭਾਵ ਬਚਾ ਕੇ ਮੁੜ ਕੇ ਹਰੀ ਚੰਦ ਨੇ ਆਪਣੀ ਤਲਵਾਰ ਚਲਾਈ। ਸੈਦ ਬੇਗ ਨੇ ਅੰਗ ਬਚਾਇਓ। ਜਦੋਂ ਤਲਵਾਰ ਮਾਰੀ ਸੈਦ ਬੇਗ ਜੀ ਦੇ, ਸੈਦ ਬੇਗ ਜੀ ਛਾਲ ਮਾਰ ਗਏ ਬੜੀ ਉੱਚੀ ਤੇ ਤਲਵਾਰ ਦਾ ਵਾਰ ਖਾਲੀ ਚਲਾ ਗਿਆ। ਹਰੀ ਚੰਦ ਕਹਿ ਹਨਿਓ ਕਿਰਪਾਨਾ। ਔਰ ਫਿਰ ਛਾਲ ਮਾਰ ਕੇ ਦੂਸਰੀ ਵਾਰ ਕਹਿੰਦੇ ਭਾਈ ਸਾਹਿਬ ਭਾਈ ਸੈਦ ਬੇਗ ਜੀ ਨੇ ਤਲਵਾਰ ਦਾ ਵਾਰ ਕੀਤਾ। ਕਟਿਓ ਅੰਗ ਕਰ ਪ੍ਰਾਨ ਨਿਹਾਨਾ। ਪਹਿਲਾ ਵਾਰ ਖਾਲੀ ਚਲਾ ਗਿਆ ਸੀ ਭਾਈ ਸੈਦ ਬੇਗ ਜੀ ਦਾ, ਹਰੀ ਚੰਦ ਨੂੰ ਮੌਕਾ ਦਿੱਤਾ, ਉਹਦਾ ਖਾਲੀ ਚਲਾ ਗਿਆ। ਹੁਣ ਦੂਜਾ ਵਾਰ ਭਾਈ ਸੈਦ ਬੇਗ ਜੀ ਦੀ ਵਾਰੀ ਸੀ। ਜਦੋਂ ਇਹਨਾਂ ਨੇ ਕੀਤਾ ਇਹੋ ਜੇ ਜ਼ੋਰ ਨਾਲ ਵਾਰ ਕੀਤਾ ਕਿ ਹਰੀ ਚੰਦ ਦਾ ਧੜ ਕੱਟ ਕੇ ਦੋ ਹਿੱਸਿਆਂ ਵਿੱਚ ਵੰਡ ਕੇ ਜ਼ਮੀਨ ਤੇ ਸੁੱਟ ਦਿੱਤਾ। ਕਿਉਂਕਿ ਤਲਵਾਰ ਦਾ ਕੰਮ ਹੀ ਇਹੀ ਹੈ, ਇੱਕ ਤੋਂ ਦੋ ਕਰਨ ਦਾ। ਇੱਕ ਇਹ ਵਾਹਿਗੁਰੂ ਦੀ ਸ਼ਕਤੀ ਹੈ ਬੜੀ ਵੱਡੀ ਭਗਉਤੀ, ਜਿਹੜੀ ਇੱਕ ਤੋਂ ਦੋ ਕਰਦੀ ਹੈ। ਦੋ ਪਰਮਾਤਮਾ ਇੱਕ ਹੈ ਨਾ, ਤੇ ਇੱਕ ਪਰਮਾਤਮਾ ਤੋਂ ਦੂਸਰਾ ਸੰਸਾਰ ਪੈਦਾ ਇਹ ਭਗਉਤੀ ਕਰਦੀ ਹੈ, ਉਹ ਵੀ ਭਗਉਤੀ ਹੈ। ਇੱਕ ਪਰਮਾਤਮਾ ਤੋਂ ਜਦੋਂ ਉਹਦੀ ਮਾਇਆ ਉਤਪੰਨ ਹੁੰਦੀ ਹੈ, ਸੰਸਾਰ ਦੀ ਉਤਪਤੀ ਹੁੰਦੀ ਹੈ। ਦੋਈ ਕੁਦਰਤ ਸਾਜੀ ਹੈ। ਇੱਥੇ ਜਿਹੜੀ ਤਲਵਾਰ ਜਦੋਂ ਜੰਗ ਦੇ ਮੈਦਾਨ 'ਚ ਚੱਲਦੀ ਹੈ ਨਾ, ਇਹ ਵੀ ਇੱਕ ਤੋਂ ਦੋ ਕਰਦੀ ਹੈ। ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਨੇ, ਨਮੋ ਸ਼੍ਰੀ ਭਗਉਤੀ ਬੜੈਲੀ ਸਰੋਹੀ। ਨਮੋ ਸ਼੍ਰੀ ਭਗਉਤੀ ਬੜੈਲੀ ਸਰੋਹੀ, ਕਰੇ ਇਕ ਤੇ ਦਵੈ ਸੁਪਟਾ ਹਾਥ ਸੋਹੀ। ਕਹਿੰਦੇ ਮੇਰੀ ਨਮਸਕਾਰ ਹੈ ਸਰੋਹੀ ਨੂੰ, ਮੇਰੀ ਨਮਸਕਾਰ ਹੈ ਇਸ ਬੜੈਲੀ ਨੂੰ, ਮੇਰੀ ਨਮਸਕਾਰ ਹੈ ਇਸ ਭਗਉਤੀ ਨੂੰ। ਕਿਹੜੀ ਭਗਉਤੀ ਨੂੰ? ਜਿਹੜੀ ਇੱਕ ਤੋਂ ਦੋ ਕਰ ਦਿੰਦੀ ਹੈ ਔਰ ਸੂਰਮਿਆਂ ਦੇ ਹੱਥਾਂ ਵਿੱਚ ਸ਼ੋਭਨੀਕ ਹੁੰਦੀ ਹੈ। ਉਸ ਤਲਵਾਰ ਨੂੰ ਮੇਰੀ ਨਮਸਕਾਰ ਹੈ। ਨਵੋ ਖੱਗ ਖੰਡਾ, ਉਸ ਤਲਵਾਰ ਨੂੰ, ਉਸ ਖੰਡੇ ਨੂੰ, ਉਸ ਖੱਗ ਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ। ਖੜਗ ਖੰਡਾ ਅਸੀਂ ਅਰਗਰ ਧਰਮ ਰਛ ਕੱਛ ਅਤਰੀ, ਇਹਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ। ਹਾਂਜੀ। ਪਿੱਖਿਓ ਲੜਾਈ ਮੈਂ ਜਬ ਮਾਰਿਓ। ਕਹਿੰਦੇ ਹਰੀ ਚੰਦ ਨੂੰ ਵੱਢ ਕੇ ਦੋ ਹਿੱਸਿਆਂ ਵਿੱਚ ਟੋਟੇ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਭਾਈ ਸੈਦ ਬੇਗ ਨੇ। ਜਦੋਂ ਜੰਗ ਦੇ ਮੈਦਾਨ 'ਚ ਸਭ ਨੇ ਵੇਖਿਆ, ਦੀਨ ਬੇਗ ਤਬ ਆਨ ਵੰਗਾਰਿਓ। ਦੁਸ਼ਮਣ ਦਲ ਵੱਲੋਂ ਇੱਕ ਦੀਨ ਬੇਗ ਨਾਮ ਦਾ ਜਰਨੈਲ, ਉਹਨੇ ਆ ਕੇ ਸੈਦ ਬੇਗ ਨੂੰ ਵੰਗਾਰਿਆ। ਕਹਿੰਦਾ ਠਹਿਰੋ ਵੱਡਿਆ ਜਰਨੈਲਾ ਸੈਦ ਬੇਗ, ਮੇਰੇ ਸਾਥੀ ਨੂੰ ਮਾਰ ਕੇ ਕਿੱਥੇ ਚੱਲਿਆ? ਠਹਿਰ, ਮੇਰੇ ਨਾਲ ਦੋ ਹੱਥ ਕਰ। ਦੀਨ ਬੇਗ ਨੇ ਆ ਕੇ ਭਾਈ ਸੈਦ ਬੇਗ ਨੂੰ ਵੰਗਾਰਿਆ। ਫੇਰਤ ਸੈਫ ਆਨ ਕਰ ਭਿਰਿਓ। ਇਹਦੇ ਕੋਲ ਸੈਫ ਤਲਵਾਰ ਸੀ ਸਿੱਧੀ, ਇਹ ਆ ਕੇ ਫੇਰਨ ਲੱਗਾ ਤੇ ਭਿੜਿਆ ਆ ਕੇ ਭਾਈ ਸੈਦ ਬੇਗ ਨਾਲ। ਸੈਦ ਬੇਗ ਸੋ ਸਨਮੁਖ ਅਰਿਓ। ਸੈਦ ਬੇਗ ਦੇ ਆ ਕੇ ਸਨਮੁਖ ਅੜ ਗਿਆ ਦੀਨਾ ਬੇਗ। ਕਹਿੰਦਾ ਮੈਂ ਨਹੀਂ ਤੈਨੂੰ ਹੁਣ ਇੱਥੋਂ ਜਾਣ ਦਿੰਦਾ, ਹੁਣ ਮੇਰੇ ਨਾਲ ਦੋ ਹੱਥ ਕਰ। ਓਏ ਕਟੀ ਲਗ ਕੀਨ ਸੰਗਰਾਮਾ। ਦੋ ਘੜੀਆਂ ਇਹਦੇ ਨਾਲ ਹੁਣ ਜੰਗ ਹੋਇਆ।
ਪੂਰੇ 2 ਘੜੀਆਂ ਤੱਕ ਕਹਿੰਦੇ ਆਮੋ ਸਾਹਮਣੇ ਜੰਗ ਹੋਇਆ। ਦੇਖਤ ਬੋ ਨਰ ਭਾ ਬਿਰਾਮਾ, ਵੇਖਦੇ ਨੇ ਬਹੁਤੇ ਲੋਕ ਆਲੇ ਦੁਆਲੇ ਖਲੋਤੇ ਹੋਏ। ਦੀਨ ਬੇਗ ਤਬ ਸੈਫ ਚਲਾਈ, ਦੀਨ ਬੇਗ ਆਖਰਕਾਰ ਉਹ ਪਹਿਲਾਂ ਵੀ ਲੜੇ ਨੇ, ਹਰੀ ਚੰਦ ਨਾਲ ਲੜਦਿਆਂ ਵੀ ਹੰਬ ਗਏ ਸਨ। ਇੱਕਦਮ ਉਸੇ ਟਾਈਮ ਹਾਲੇ ਕੁਝ ਸਮਾਂ ਸਹਾਰਾ ਵੀ ਨਹੀਂ ਸੀ ਲਿਆ, ਦਮ ਵੀ ਨਹੀਂ ਸੀ ਲਿਆ ਤੇ ਦੀਨਾ ਬੇਗ ਆ ਗਿਆ। ਉਹਦੇ ਨਾਲ ਵੀ 2 ਘੜੀਆਂ ਤੱਕ ਲੜਦੇ ਰਹੇ, ਦਾ ਤੱਕਦੇ ਰਹੇ। 2 ਘੜੀਆਂ 24 ਮਿੰਟ ਦੀ ਇੱਕ ਘੜੀ, 5 ਮਿੰਟ ਤਲਵਾਰ ਫੇਰਨੀ ਹੋਵੇ ਹਫ ਜਾਈਦਾ ਹੈ। 48 ਮਿੰਟ ਤਲਵਾਰ ਫੇਰਦੇ ਰਹੇ, ਦਾ ਤੱਕਦੇ ਰਹੇ। ਆਖਰਕਾਰ ਸਾਹ ਤਾਂ ਰੁਕਣਾ ਹੀ ਸੀ ਨਾ, ਸਰੀਰ ਦਮ ਹੈ ਉਹ ਟੁੱਟਣਾ ਸੀ। ਦੀਨਾ ਬੇਗ ਨੇ ਉਸ ਵਕਤ ਆਪਣੀ ਸੈਫ ਚਲਾਈ, ਦਾ ਤੱਕ ਕੇ ਸੈਦ ਬੇਗ ਕੇ ਅੰਗ ਲਗਾਈ। ਦੀਨਾ ਬੇਗ ਨੂੰ ਵੀ ਪੂਰੇ 48 ਮਿੰਟ ਲੱਗ ਗਏ ਦਾ ਤੱਕਦਿਆਂ ਵੀ ਵਾਰ ਕਰਾਂ। ਹਾਲਾਂਕਿ ਉਹਦੇ ਨਵਾਂ ਆਇਆ ਸੀ, ਇਹ ਪਹਿਲਾਂ ਹੰਬੇ ਹੋਏ ਸਨ ਲੜ ਕੇ, ਫਿਰ ਵੀ 48 ਮਿੰਟ ਉਹਨੂੰ ਨੇੜੇ ਨਹੀਂ ਲੱਗਣ ਦਿੱਤਾ। ਅਖੀਰ ਨੂੰ ਜਦੋਂ ਉਹਨੇ ਆਪਣੀ ਤਲਵਾਰ ਚਲਾਈ, ਤੇਗ ਚਲਾਈ, ਗਿਰਿਓ ਜੁੱਧ ਮੈਂ ਗੁਰ ਗੁਰ ਸਿਮਰਤ, ਭਾਈ ਸੈਦ ਬੇਗ ਜੀ ਦੇ ਸਰੀਰ ਤੇ ਆ ਕੇ ਤਲਵਾਰ ਵੱਜੀ ਔਰ ਭਾਈ ਸੈਦ ਬੇਗ ਜੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਨਾਮ ਲੈ ਕੇ ਗੁਰੂ 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 ਕਰਦਿਆਂ ਜੰਗ ਦੇ ਮੈਦਾਨ 'ਚ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਸ਼੍ਰੀ ਪ੍ਰਭ ਖੁਸ਼ੀ ਕਰੀ ਚਿਤ ਹਰਖਤ, ਸ਼ਹੀਦੀ ਪ੍ਰਾਪਤ ਕਰ ਗਏ, ਗੁਰੂ ਤੋਂ ਆਪਣਾ ਆਪ ਨਿਛਾਵਰ ਕਰ ਗਏ। ਮਹਾਰਾਜ ਜੀ ਨੇ ਬੜੀ ਖੁਸ਼ੀ ਕੀਤੀ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਭਾਈ ਸੈਦ ਬੇਗ ਤੇ। ਮਹਾ ਕੰਤੂਹਲ ਸਭ ਨੇ ਹੀਰਾ, ਇਹ ਜਿਹੜਾ ਮਹਾ ਭਿਆਨਕ ਕੰਤੂਹਲ ਹੋਇਆ ਹੈ ਸਭ ਨੇ ਵੇਖਿਆ। ਸੁਰਪੁਰ ਮੈਂ ਤਿਨ ਕੀਨ ਬਸੇਰਾ, ਭਾਈ ਸੈਦ ਬੇਗ ਜੀ ਨੂੰ ਸਤਿਗੁਰਾਂ ਦੀ ਨਗਰੀ ਵਿੱਚ ਵਾਸਾ ਪ੍ਰਾਪਤ ਹੋਇਆ। ਕਿਰਪਾ ਕਰੀ ਕਲਗੀ ਧਰ ਜਬੇ, ਆਪਣੇ ਲੋਕ ਬਾਸ ਦੀਏ ਤਬੇ। ਕਿਰਪਾ ਕੀਤੀ ਸੈਦ ਬੇਗ ਤੇ ਔਰ ਸੈਦ ਬੇਗ ਨੂੰ ਆਪਣੇ ਲੋਕ ਵਿੱਚ, ਜਿੱਥੇ ਕਲਗੀਧਰ ਵਸਦੇ ਨੇ ਉੱਥੇ ਨਿਵਾਸ ਦਿੱਤਾ ਭਾਈ ਸੈਦ ਬੇਗ ਨੂੰ। ਹਾਂਜੀ, ਅਪਰ ਸਿੰਘ ਬੋਲਰਤ ਜੁਝਾਰੇ, ਬਹੁਤ ਸਾਰੇ ਸਿੰਘ ਜੁਝਾਰੂ ਲੜਦੇ ਹਨ। ਪਰੇ ਤੁਰਕ ਜਨ ਗਿਰੇ ਮੁਨਾਰੇ, ਤੁਰ ਕੇ ਤਾਂ ਡਿੱਗਦੇ ਨੇ ਜਿਵੇਂ ਵੱਡੇ ਵੱਡੇ ਥੰਮ ਡਿੱਗਦੇ, ਮੁਨਾਰ ਡਿੱਗਦੇ ਨੇ। ਅਤੇ ਸ਼ਹੀਦ ਵੀਰ ਰਸ ਮਾਤੇ, ਮਹਾਰਾਜ ਜੀ ਦੇ ਸ਼ਹੀਦ ਆ ਗਏ ਨੇ ਜੰਗ ਦੇ ਮੈਦਾਨ 'ਚ, ਵੀਰ ਰਸ ਵਿੱਚ ਮੱਤੇ ਹੋਏ ਮਾਰਦੇ ਨੇ ਵੈਰੀਆਂ ਨੂੰ। ਸ਼੍ਰੋਣਤ ਗਿਰੇ ਪ੍ਰਿਥੀ ਰੰਗ ਰਾਤੇ, ਸ਼੍ਰੋਣ 'ਚ ਭਿੱਜੇ ਹੋਏ ਜ਼ਮੀਨ ਦੇ ਉੱਤੇ ਡਿੱਗ ਪੈਂਦੇ ਨੇ, ਵੀਰ ਰਸ 'ਚ ਭਿੱਜੇ ਹੋਏ। ਇਸ ਪ੍ਰਕਾਰ ਮਾਚਿਓ ਕਮਸਾਨ, ਇਸ ਪ੍ਰਕਾਰ ਬੜਾ ਭਿਆਨਕ ਘਮਾਸਾਨ ਮਚਿਆ। ਲੋਥ ਪੋਥ ਨਾ ਪਈ ਮਹਾਨ, ਢੇਰ ਲੱਗ ਗਏ, ਲਾਸ਼ਾਂ ਦੇ ਅੰਬਾਰ ਲੱਗ ਗਏ। ਬਾਇਸ ਜੁੰਬਕ ਕੰਕ ਕਰਾਲੇ, ਕਾਂ ਗਿੱਦੜ ਕੰਕ ਚੀਲਾਂ ਗਿੱਧਾਂ ਪਹੁੰਚੀਆਂ ਮਾਸ ਖਾਣ ਵਾਲੀਆਂ। ਕੂਕਤਾ ਮਿਖ ਖਾਏ ਵਿਸਾਲੇ, ਨਾਲੇ ਮਾਸ ਖਾਂਦੀਆਂ ਨਾਲੇ ਕੂਕਦੀਆਂ ਹਨ। ਛਾਤੀ ਮੂੰਡ ਫੁੱਟੇ ਲੱਗ ਗੋਰੀ, ਕਿਸੇ ਦੀ ਛਾਤੀ ਕਿਸੇ ਦਾ ਸਿਰ ਫੁੱਟਿਆ ਪਿਆ ਗੋਲੀ ਦੇ ਨਾਲ। ਕਰਿਓ ਜੋਰ ਭਾਰੀ ਜੁਗ ਓਰੀ, ਦੋਹਾਂ ਪਾਸਿਓਂ ਬੜਾ ਭਿਆਨਕ ਜ਼ੋਰ ਦੇ ਨਾਲ ਜੰਗ ਹੋ ਰਿਹਾ ਹੈ। ਹਲਾ ਹਾਲ ਵੱਡ ਪਇਓ ਕੁਲਾਹਲ, ਹਲਾ ਹਲਾ ਚਲੀ ਮਚੀ ਹੋਈ ਆ, ਕੁਲਾਹਲ ਹੋ ਰਿਹਾ ਰਣ ਭੂਮੀ ਵਿੱਚ। ਲਰਤ ਵੀਰ ਰਣ ਰੰਗ ਚਲਾਲ ਚਲ, ਔਰ ਜੰਗ ਦੇ ਮੈਦਾਨ ਵਿੱਚ ਸੂਰਮੇ ਬੜੀ ਵੀਰ ਅਸੀਂ ਬਿਰਤੀ ਨਾਲ ਲੜਦੇ ਹਨ। ਪਾਛੇ ਪਾਉ ਨਹੀਂ ਕਿਨ ਡਾਰੇ, ਕਿਸੇ ਨੇ ਆਪਣਾ ਪੈਰ ਪਿੱਛੇ ਨਹੀਂ ਕੀਤਾ ਸਤਿਗੁਰਾਂ ਦੇ ਸੂਰਮਿਆਂ ਵਿੱਚੋਂ। ਲੜਤੇ ਆਪਸ ਵਿਖੇ ਪ੍ਰਚਾਰੇ, ਲੜਦੇ ਇੱਕ ਦੂਜੇ ਨੂੰ ਵੰਗਾਰ ਵੰਗਾਰ ਕੇ ਆਉਂਦੇ ਹਨ। ਕਹਾ ਸਿੰਘ ਦਲ ਪੰਚ ਸਹਿ ਹੋਵਾ, ਕਹਿੰਦੇ ਇੱਧਰ ਕਿੱਥੇ ਕੇਵਲ 500 ਸਿੰਘ ਹੈ ਸਿੰਘਾਂ ਦਾ ਜਥਾ। ਕਹਾ ਸ਼ਤਰੂ ਲੱਖੋਂ ਪਟ ਜੋ, ਲੱਖਾਂ ਦੀ ਗਿਣਤੀ 'ਚ ਸੂਰਮੇ ਆਏ ਹਨ। ਵਿਚਰੈ ਵੀਰ ਕਿੰਕਾਨ ਕੁਦਾਵੇ, ਸਿੰਘ ਉਹਨਾਂ ਲੱਖਾਂ ਦੇ ਦਲਾਂ ਵਿੱਚ ਘੋੜੇ ਕੁਦਾਉਂਦੇ ਫਿਰਦੇ ਹਨ। ਵਦੇ ਅਗਰ ਤੋ ਮਰ ਪਰਮਾਵੇ, ਅੱਗੇ ਵੱਧ ਕੇ ਬਰਛੀ ਭਰਮਾ ਕੇ ਮਾਰਦੇ ਹਨ। ਵਿਸਮੇ ਤੁਰਤ ਮਾਰ ਜਬ ਪਰੀ, ਤੁਰਕ ਹੈਰਾਨ ਹੋ ਗਏ ਜਦੋਂ ਇਹੋ ਜੀ ਭਿਆਨਕ ਮਾਰ ਮਚੀ। ਅੰਧ ਤੁੰਦ ਉੱਡ ਰਜ ਨਭ ਪਰੀ, ਮਿੱਟੀ ਘੱਟਾ ਉੱਡ ਕੇ ਆਕਾਸ਼ ਨੂੰ ਜਾ ਚੜਿਆ, ਨਜ਼ਰੀ ਨਹੀਂ ਆਉਂਦਾ। ਸਤਿਗੁਰ ਬੈਠੇ ਕੇਤਕ ਕਾਲ, ਸਤਿਗੁਰੂ ਜੀ ਕੁਝ ਸਮਾਂ ਇਸੇ ਤਰ੍ਹਾਂ ਟਿੱਬੇ ਤੇ ਬੈਠੇ ਵੇਖਦੇ ਨੇ। ਮਾਰਨ ਮਰਿਓ ਮਚਿਓ ਕੁਰਾਲ, ਬੜਾ ਭਿਆਨਕ ਮਰਨ ਮਾਰਾਣ ਵਾਲਾ ਜੰਗ ਮਚਿਆ ਹੋਇਆ ਹੈ। ਜੁੱਧ ਖੇਤ ਜੋਧਨ ਤੇ ਛਾਇਓ, ਸਾਰੀ ਰਣ ਭੂਮੀ ਸੂਰ
ਸੂਰਮਿਆਂ ਨਾਲ ਭਰੀ ਦਿਸਦੀ ਐ। ਮਹਾਸਾਰ ਸੋ ਸਾਰ ਬਜਾਇਓ। ਲੋਹੇ ਤੇ ਲੋਹਾ ਵੱਜ ਰਿਹਾ, ਚਿਣਗਾਂ ਨਿਕਲ ਰਹੀਆਂ ਨੇ। ਸੂਰਮੇ ਜਿਸ ਪ੍ਰਕਾਰ ਨਾਲ ਲੜ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਸਾਧ ਸੰਗਤ ਜੀ ਬੇਨਤੀ ਹੈ, ਕਲਗੀਆਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਦੇ ਸਮੂਹ ਸ਼ਹੀਦ, ਜਿਨ੍ਹਾਂ ਦਾ ਕੱਲ ਸ਼ਹੀਦੀ ਦਿਹਾੜਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੰਬੰਧ ਵਿੱਚ ਜੋ ਹਰ ਸਾਲ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਸੰਗਤਾਂ ਵੱਲੋਂ ਸੰਗਤੀ ਰੂਪ ਚ ਜਪਜੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ। ਕੱਲ ਸਵੇਰੇ 8:30 ਤੋਂ 9:30 ਵਜੇ ਤੱਕ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਦੀਵਾਨ ਹਾਲ ਦੇ ਅੰਦਰ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜਪਜੀ ਸਾਹਿਬ ਦੇ ਪਾਠ ਸੰਗਤੀ ਰੂਪ ਚ ਕੀਤੇ ਜਾਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪਰਿਵਾਰਾਂ ਸਮੇਤ ਆਪ ਜੀ ਨੇ ਹਾਜ਼ਰੀਆਂ ਭਰ ਕੇ ਜਪਜੀ ਸਾਹਿਬ ਦੇ ਪਾਠਾਂ ਵਿੱਚ ਹਾਜ਼ਰੀਆਂ ਭਰ ਕੇ ਸਾਹਿਬਜ਼ਾਦਿਆਂ ਨੂੰ, ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ, ਸਤਿਕਾਰਯੋਗ ਮਾਤਾ ਗੁਜਰੀ ਜੀ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰੋ। ਇਹ ਬੇਨਤੀ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਆਪ ਜੀ ਨੇ ਪ੍ਰਵਾਨ ਕਰਨੀ ਜੀ। ਦੂਸਰੀ ਬੇਨਤੀ ਹੈ ਕਿ ਸ਼ਾਮ ਨੂੰ 2 ਵਜੇ ਤੋਂ ਲੈ ਕੇ 3:30 ਵਜੇ ਤੱਕ ਸਰੋਵਰ ਦੀ ਪਰਿਕਰਮਾ ਵਿੱਚ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ ਸੰਗਤੀ ਰੂਪ ਵਿੱਚ। ਉਹਦੇ ਵਿੱਚ ਵੀ ਜਿਹੜੇ ਮਾਈ ਭਾਈ ਹਾਜ਼ਰੀਆਂ ਭਰ ਸਕਦੇ ਨੇ ਭਰਨ, ਔਰ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਇਹ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੁਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਇਹ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਪਰੰਪਰ ਹਰ ਹਰੇ ਹੈ ਪੀਓ ਅਣਹਾਰ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮਦਾਨ ਰਾਖੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।